ਨਾਨਕ ਸਿੰਘ ਦਾ ਨਾਵਲ ਗੰਗਾ ਜਲੀ ਵਿੱਚ ਸ਼ਰਾਬ ਦਾ ਛੱਬੀ ਵਾਂਗ। ਸੰਘਣੇ ਹਨੇਰੇ ਚੋਂ ਨਿਕਲ ਕੇ ਝਟਪਟ ਤੇਜ਼ ਚਾਨਣ 'ਚ ਜਾ ਪਹੁੰਚਣ ਨਾਲ ਸਾਡੀਆਂ ਅੱਖਾਂ ਚੁੰਧਿਆ ਜਾਂਦੀਆਂ ਨੇ। ਦਿੱਲੀ ਪਹੁੰਚ ਕੇ 3 ਦਿਨ ਮਦਨ ਦੀ ਇਹੋ ਹਾਲਤ ਰਹੀ। ਅਮਰ ਭਾਰਤ ਦਾ ਛੋਟਾ ਜਿਹਾ ਦਫ਼ਤਰ, ਪਰ ਉਸ 'ਚ ਪ੍ਰਕਾਸ਼ਮਾਨ ਹੋ ਰਿਹਾ ਬਹੁਤ ਵੱਡਾ ਜੀਵਨ ਆਦਰਸ਼। ਇਦੋਂ ਵੀ ਵੱਡੀ ਚੀਜ਼ ਮਲਕ ਜੀ ਦੀ ਉੱਚ ਆਤਮਾ। ਸਭ ਚੀਜ਼ਾਂ ਨੂੰ ਵੇਖ ਕੇ ਤੇ ਅਨੁਭਵ ਕਰਕੇ ਮਦਨ ਦੀਆਂ ਅੱਖਾਂ ਅੱਗੇ ਨਵ ਜੀਵਨ ਦੀ ਜਗਮਗਾਹਟ ਗੂੰਦ ਗਈ। ਪਰ ਇਸ ਜਗਮਗਾਹਟ ਵਿੱਚੋਂ ਵੀ ਕਾਲੇ ਕਾਲੇ ਪਰਛਾਵੇਂ ਉੱਠ ਕੇ ਮਿਟਦੇ ਉਹਨੂੰ ਬਰਾਬਰ ਦਿਖਾਈ ਦੇ ਰਹੇ ਸੀ। ਕਿਸੇ ਵੇਲੇ ਅਚਾਨਕ ਹੀ ਉਹਨੂੰ ਮਾਲੂਮ ਹੁੰਦਾ ਜਿਵੇਂ ਉਹਦੀ ਦਿਲ ਨਾਲ ਕਿਸੇ ਨੇ ਇੱਕ ਭਾਰੀ ਪੱਥਰ ਬੰਨ੍ਹ ਦਿੱਤਾ ਹੈ, ਜਿਹੜਾ ਹਰ ਘੜੀ ਉਹਨੂੰ ਹੇਠਾਂ ਹੀ ਹੇਠਾਂ ਲਈ ਜਾਂਦਾ ਹੈ। ਉਰਵਸ਼ੀ ਨੂੰ ਉਹ ਜ਼ਿੰਦਗੀ ਮੌਤ ਦੇ ਵਿਚਾਲੇ ਲਟਕਦੀ ਹੋਈ ਜਿਸ ਹਾਲਤ 'ਚ ਛੱਡ ਆਇਆ ਸੀ, ਇੱਕ ਪਲ ਲਈ ਵੀ ਉਹ ਭਿਆਨਕ ਦ੍ਰਿਸ਼ ਉਹਦੀਆਂ ਅੱਖਾਂ ਅੱਗੋਂ ਨਹੀਂ ਸੀ ਹਟਦਾ। ਲਾਇਲਪੁਰੋਂ ਟੁਰ ਕੇ ਦਿੱਲੀ ਦੇ ਸਦਰ ਬਾਜ਼ਾਰ ਪਹੁੰਚਦਿਆਂ ਤੱਕ ਜਿਹੜਾ ਮਲਕ ਜੀ ਦੀ ਬਿਮਾਰੀ ਦਾ ਧੜਕਾ ਮਦਨ ਦੇ ਦਿਲ ਨੂੰ ਲੱਗ ਰਿਹਾ ਸੀ, ਉਹ ਅਮਰ ਭਾਰਤ ਦੇ ਦਫ਼ਤਰ ਪਹੁੰਚਦਿਆਂ ਮਿਟ ਗਿਆ। ਪਤਾ ਨਹੀਂ ਮੈਂ ਆਪਣੇ ਉਸ ਬਜ਼ੁਰਗ ਨੂੰ ਵੇਖ ਸਕਾਂ ਕਿ ਨਾ। ਖਬਰੇ ਮੇਰੇ ਪਹੁੰਚਦਿਆਂ ਤੱਕ ਜਿਹਾ ਕਿ ਉਹਨਾਂ ਦੀ ਚਿੱਠੀ ਤੋਂ ਲੱਭਦਾ ਸੀ, ਮਲਕ ਜੀ ਦੀ ਜ਼ਬਾਨ 'ਚ ਬੋਲਣ ਚਾਲਣ ਦੀ ਸ਼ਕਤੀ ਬਾਕੀ ਰਹੇ ਕਿ ਨਾ। ਇਹੋ ਜਿਹੀਆਂ ਚਿੰਤਾਵਾਂ ਨੇ ਉਹਦਾ ਇੱਕ ਵਾਰਗੀ ਪਿੱਛਾ ਛੱਡ ਦਿੱਤਾ। ਇੱਥੇ ਪਹੁੰਚ ਕੇ ਉਹਨੇ ਮਲਕ ਜੀ ਨੂੰ ਅਖਬਾਰ ਲਈ ਮਜ਼ਬੂਨ ਨਵੀਸੀ ਕਰਦਿਆਂ ਡਿੱਠਾ। ਅਮਰ ਭਾਰਤ ਦਾ ਦਫ਼ਤਰ ਤੇ ਮਲਕ ਜੀ ਦਾ ਨਿਵਾਸ ਇੱਕੋ ਦੋ ਮੰਜ਼ਲੇ 'ਚ ਹੈ। ਹੇਠਲੇ ਹਿੱਸੇ 'ਚ ਛੋਟਾ ਜਿਹਾ ਲਿਥੋ ਪ੍ਰੈਸ ਦੇ ਉੱਤੇ ਮਾਲਕ ਹੋਰੀ ਆਪ ਰਹਿੰਦੀ ਹੈ। ਪਹਿਲੀ ਤੱਕਣੀ 'ਚ ਮਦਨ ਨੇ ਜੋ ਕੁਝ ਮਲਕ ਜੀ ਨੂੰ ਤੱਕਿਆ, ਉਹ ਇਸ ਲਈ ਅੱਤ ਦੁਖਦਾਈ ਤੋਂ ਛੁੱਟ ਮੁਹੱਜ਼ਜ਼ਾ ਵੀ ਸੀ। 65 ਸਾਲਾਂ ਦਾ ਬਿਰਧ ਆਪਣੀ ਰੋਗ ਵਿਛਾਈ ਉੱਥੇ ਤਕੀਏ ਦਾ ਢਾਸਣਾ ਲਾਈ ਲਿਖ ਰਿਹਾ ਸੀ ਤੇ ਹੇਠਾਂ ਦਰੀ ਤੇ ਬੈਠਾ ਇੱਕ ਕਾਤਬ ਉਸ ਪਾਸੋਂ ਲਿਖੀਆਂ ਹੋਈਆਂ ਸਲਿੱਪਾਂ ਲੈ ਕੇ ਕਿਤਾਬਤ ਕਰ ਰਿਹਾ ਸੀ। ਬੁਢਾਪੇ ਦੀ ਕਮਜ਼ੋਰੀ ਨਾਲ ਭੰਨੇ ਹੋਏ ਇਸ ਹੱਡ ਚੰਮ ਦੇ ਪਿੰਜਰੇ ਨੂੰ ਬਿਜਲੀ ਦੀ ਰਵਾਨੀ ਨਾਲ ਕਲਮ ਚਲਾਉਂਦਿਆਂ ਵੇਖ ਕੇ ਪਹਿਲਾ ਹੀ ਪ੍ਰਭਾਵ ਜਿਹੜਾ ਮਦਨ ਦੇ ਦਿਲ ਤੇ ਹੋਇਆ, ਉਹਦੀ ਜ਼ਿੰਦਗੀ ਲਈ ਇਨਕਲਾਬ ਸਾਬਤ ਹੋਇਆ। ਉਹ ਜਾਂਦਾ ਹੀ ਉਹਦੇ ਪੈਰਾਂ ਤੇ ਝੁਕ ਗਿਆ। ਦੋ ਸਿੱਖ ਦੇ ਦਿਲਾਂ ਦਾ ਇਹ ਪਹਿਲਾ ਮੇਲ ਸੀ, ਜਿਹਦੇ ਪਿੱਤਰ ਭਗਤੀ ਤੇ ਸੰਤਾਨ ਮੋਹ ਦੀ ਕਸ਼ਿਸ਼ ਬਣ ਕੇ ਦੋਹਾਂ ਨੂੰ ਇੱਕ ਦੂਜੇ ਵਿੱਚ ਅਭੇਦ ਕਰ ਦਿੱਤਾ। ਦੋਹਾਂ ਦਿਲਾਂ ਵਿਚਾਲੇ ਖਾਲੀ ਥਾਂ ਭਰਨੇ ਸ਼ੁਰੂ ਹੋ ਗਏ। 1 ਦਿਨ, 2 ਦਿਨ, 3 ਦਿਨ ਬੀਤ ਗਏ, ਪਰ ਪਿਆਰ ਤੇ ਸੱਧਰਾਂ ਦੇ ਪ੍ਰਵਾਹ 'ਚ ਫਰਕ ਨਹੀਂ ਆਇਆ। ਜਿਉਂ ਦੋਵੇਂ ਆਪੋ ਆਪਣੇ ਜੀਵਨ ਦੀਆਂ ਕਿਤਾਬਾਂ ਦੇ ਵਰਕੇ ਫੋਲਦੇ ਗਏ, ਨੇੜਤਾ ਦੀਆਂ ਤਾਰਾਂ 'ਚੋਂ ਮਧੁਰਤਾ ਦਾ ਸੰਗੀਤ ਗੂੰਜਦਾ ਚਲਾ ਗਿਆ। ਸੂਰਜ ਆਪਣੀ ਸੁਨਹਿਰੀ ਕਿਰਨਾਂ ਦਾ ਥਾਲ ਲੈ ਕੇ ਆਕਾਸ਼ 'ਚ ਉਦਯਮਾਨ ਹੋਇਆ। ਮਦਨ ਨੇ ਬੇਨਤੀ ਕੀਤੀ, ਗੁਰਦੇਵ, ਜੇ ਤੁਹਾਨੂੰ ਭਰੋਸਾ ਹੈ ਕਿ ਮੈਂ ਤੁਹਾਡੇ ਚਲਾਏ ਹੋਏ ਇਸ ਕੰਮ 'ਚ ਕੁਝ ਹੱਥ ਵਟਾਉਣ ਦੇ ਕਾਬਲ ਹਾਂ, ਤਾਂ ਕਿਰਪਾ ਕਰਕੇ ਮੇਰੀ ਜ਼ਿੰਮੇਵਾਰੀ ਮੈਨੂੰ ਸੌਂਪੋ, ਤਾਂ ਜੋ ਜ਼ਿੰਦਗੀ ਦੇ ਨਵੇਂ ਤਜਰਬੇ ਦੀ ਕਸੌਟੀ ਤੇ ਮੈਂ ਆਪਣੇ ਆਪ ਨੂੰ ਲਾ ਕੇ ਵੇਖ ਸਕਾਂ। ਨਾਲੇ ਇਸ ਕਰਕੇ ਵੀ ਮੇਰੇ ਅੰਦਰ ਕਾਹਲ ਉੱਠ ਰਹੀ ਹੈ ਕਿ ਤੁਹਾਨੂੰ ਇਸ ਹਾਲਤ ਵਿੱਚ ਸਖਤ ਮਿਹਨਤ ਕਰਦਿਆਂ ਮੈਂ ਵੇਖ ਨਹੀਂ ਸਕਦਾ। ਬਿਰਧ ਦੀਆਂ ਅੱਖਾਂ 'ਚ ਵਾਤਸਲ ਦੀ ਸੇਜਲ ਆ ਗਈ। ਭਾਵੇਂ ਕਮਜ਼ੋਰੀ ਕਰਕੇ ਬਹੁਤਾ ਤੁਰਨ ਫਿਰਨ ਦੀ ਸਮਰੱਥਾ ਨਹੀਂ ਸੀ ਰੱਖਦਾ, ਫਿਰ ਵੀ ਜਿਸ ਦਿਨ ਦਾ ਮਦਨ ਆਇਆ ਹੈ, ਜਿਵੇਂ 7100 ਦਵਾਈਆਂ ਵਰਗੀ ਕੋਈ ਦਵਾਈ ਉਹਨੂੰ ਮਿਲ ਗਈ ਹੈ। ਉਸੇ ਤਰ੍ਹਾਂ ਤਕੀਏ ਦੇ ਸਹਾਰੇ ਉਹ ਬੈਠਾ, ਮਦਨ ਉਹਦੇ ਨਾਲ ਦੀ ਕੁਰਸੀ ਤੇ ਬੈਠਾ ਸੋਚ ਰਿਹਾ ਸੀ ਕਿ ਕੋਈ ਮੰਨ ਸਕੇਗਾ ਕਿ ਅਮਰ ਭਾਰਤ ਵਿੱਚ ਛਪੇ ਹੋਏ ਦੇਸ਼ ਭਗਤੀ ਤੇ ਸਮਾਜ ਸੁਧਾਰ ਦੇ ਜਵਾਲਾਮੁਖੀ ਲੇਖ ਇਸੇ 2 ਮੁੱਠ ਕੁ ਹੱਡੀਆਂ ਦੇ ਪਿੰਜਰ 'ਚੋਂ ਨਿਕਲਦੇ ਆ। ਕਿੰਨੀ ਬਲਵਾਨ ਆਤਮਾ ਹੈ ਇਸ ਢਾਂਚੇ ਅੰਦਰ, ਕਿੰਨੀ ਸ਼ਕਤੀ ਹੈ ਇਹਦੇ ਕੰਬਦੇ ਹੱਥਾਂ 'ਚ ਫੜੀ ਹੋਈ ਕਲਮ 'ਚ, ਕਿੰਨਾ ਦਰਦ ਹੈ ਆਪਣੇ ਦੇਸ਼ ਤੇ ਸਮਾਜ ਲਈ ਇਸ ਵਿੱਚ। ਕਾਸ਼ ਮੈਂ ਆਪਣੀ ਉਮਰ ਦੇ ਬਾਕੀ ਬਚਦੇ ਸਾਰੇ ਦਿਨ ਇਸ ਮਹਾਂਪੁਰਸ਼ ਦੀ ਉਮਰ ਵਧਾਉਣ ਲਈ ਭੇਟ ਕਰ ਸਕਾਂ। 17 ਵਰ੍ਹਿਆਂ ਦੇ ਨੇੜੇ ਤੇੜੇ ਪਹੁੰਚੀ ਹੋਈ ਉਮਰ ਦਾ ਇਹ ਜਰਜਰ ਸਰੀਰ, ਜਿਸ ਪਿੰਡੇ ਉੱਤੇ ਮਾਸ ਨਾਂ ਦੀ ਚੀਜ਼ ਨਾ ਮਾਤਰੀ ਬਾਕੀ ਰਹਿ ਗਈ ਹੈ, ਇਸ ਵੇਲੇ ਆਪਣੇ ਸਾਹਮਣੇ ਬੈਠੇ ਨੌਜਵਾਨ ਨੂੰ ਕਿਸੇ ਬਹੁਤ ਡੂੰਘੀ ਤੇ ਪਾਰਦਰਸ਼ੀ ਨਜ਼ਰ ਨਾਲ ਤੱਕ ਰਿਹਾ ਸੀ। ਉਹਦੀਆਂ ਅੱਖਾਂ ਦੀ ਡੂੰਘਾਈ ਨੇ ਭਾਵੇਂ ਐਨਕ ਦੇ ਸ਼ੀਸ਼ਿਆਂ ਦੇ ਕਿਸੇ ਹੱਦ ਤੀਕ ਢਕਿਆ ਹੋਇਆ, ਫਿਰ ਵੀ ਉਹਨਾਂ ਵਿੱਚੋਂ ਕਿਸੇ ਉਚੇਚੇ ਭਵਿੱਖ ਦੀ ਚਮਕ ਲੁਕੀ ਨਹੀਂ ਸੀ ਰਹਿ ਸਕਦੀ। ਕੁਝ ਬੁਢੇਪੇ ਤੇ ਬਿਮਾਰੀ ਦੇ ਅਸਰਾਂ ਨਾਲ, ਕੁਝ ਦੰਦਾਂ ਦੀ ਅਣਹੋਂਦ ਕਰਕੇ ਉਹਦਾ ਚਿਹਰਾ ਭਾਵੇਂ ਕਾਫੀ ਝਮਿਆ ਹੋਇਆ ਸੀ, ਪਰ ਉਸ ਉੱਤੋਂ ਜ਼ਿੰਦਗੀ ਦੇ ਚਿੰਨ੍ਹ ਮਿਟ ਨਹੀਂ ਸਕੇ। ਮਦਨ ਦੀਆਂ ਉਪਰੋਕਤ ਗੱਲਾਂ ਸੁਣ ਕੇ ਬਿਰਧ ਦੇ ਹੋਠਾਂ ਉੱਤੇ ਅਣਭੂਲ ਬੱਚੇ ਵਰਗੀ ਮੁਸਕਰਾਹਟ ਪੈਦਾ ਹੋਈ। ਇਸ ਮੁਸਕਰਾਹਟ ਦੇ ਨਾਲ ਉਹਨੇ ਤਕੀਏ ਹੇਠੋਂ ਇੱਕ ਕਾਗਜ਼ ਕੱਢ ਕੇ ਉਸ ਵੱਲ ਵਧਾਇਆ। ਉਹਦਾ ਸਿਰਲੇਖ ਸੀ ਵਸੀਅਤਨਾਮਾ। ਮਦਨ ਨੇ ਇਸ ਸੰਖੇਪ ਜਿਹੇ ਲੇਖ ਨੂੰ ਪੜ੍ਹਿਆ, ਜਿਸ 'ਚ ਮਾਲਕ ਜੀ ਨੇ ਆਪਣਾ ਅਖਬਾਰ, ਪ੍ਰੈਸ ਤੇ ਹੋਰ ਜੋ ਕੁਝ ਵੀ ਥੋੜ੍ਹਾ ਬਹੁਤ ਉਹਨਾਂ ਕੋਲ ਸੀ, ਮਦਨ ਦੇ ਨਾਂ ਕਰਤਾ ਸੀ। ਮਦਨ ਜਦ ਇਹਨੂੰ ਪੜ੍ਹ ਚੁੱਕਾ ਤਾਂ ਮਲਕ ਜੀ ਬੋਲੇ, ਵਸੀਅਤਨਾਮਾ ਇਹਨੂੰ ਨਹੀਂ ਕਹਿਣਾ ਚਾਹੀਦਾ,
ਕਿਉਂਕਿ ਮੇਰੇ ਕੋਲ ਕੋਈ ਜਾਇਦਾਦ ਤਾਂ ਹੈ ਨਹੀਂ, ਪਰ ਇਹਦੇ ਲਿਖਣ ਦੀ ਲੋੜ ਮੈਨੂੰ ਇਸ ਕਰਕੇ ਪਈ ਕਿ ਪਿਛਲੇ ਦਿਨੀ ਮੇਰੀ ਸਿਹਤ ਕੁਝ ਜ਼ਿਆਦਾ ਹੀ ਖਰਾਬ ਹੋ ਗਈ ਸੀ। ਮੈਂ ਸੋਚਿਆ ਪਤਾ ਨਹੀਂ ਮਦਨ ਦੇ ਆਉਂਦਿਆਂ ਤੱਕ ਮੈਂ ਰਹਾਂ ਕਿ ਨਾ। ਸ਼ਰਧਾ ਤੇ ਸਤਿਕਾਰ ਨਾਲ ਮਦਨ ਦਾ ਸਿਰ ਝੁਕ ਗਿਆ। ਗੁਰਦੇਵ, ਤੁਹਾਡੀ ਦਿਆਲਤਾ ਦਾ ਧੰਨਵਾਦੀ ਹਾਂ। ਮੇਰਾ ਕਿੱਡਾ ਸੁਭਾਗ ਹੈ ਕਿ ਤੁਸੀਂ ਮੈਨੂੰ ਇੰਨਾ ਨਿਵਾਜ਼ ਰਹੇ ਹੋ। ਪਰ ਇਸ ਵੇਲੇ ਇੱਕ ਚਿੰਤਾ ਨੇ ਮੈਨੂੰ ਦਬਾਇਆ। ਚਿੰਤਾ? ਮਲਕ ਜੀ ਦੇ ਬੁੱਲ੍ਹ ਮੁਸਕਰਾਏ। ਕਿਸ ਗੱਲ ਦੀ ਚਿੰਤਾ? ਮੇਰਾ ਖਿਆਲ ਹੈ ਮੇਰੇ ਉੱਤੇ ਏਡਾ ਭਰੋਸਾ ਕਰਨ ਤੋਂ ਪਹਿਲਾਂ ਤੁਹਾਨੂੰ ਜ਼ਰਾ ਮੇਰੀ ਜ਼ਿੰਦਗੀ 'ਚ ਝਾਤੀ ਮਾਰ ਲੈਣੀ ਚਾਹੀਦੀ ਸੀ। ਜਿੰਨੀ ਵੱਡੀ ਤੁਸੀਂ ਮੇਰੇ ਉੱਤੇ ਆਸ ਲਾਈ ਬੈਠੇ ਹੋ, ਇਹਦਾ ਪਾਸਕੂ ਵੀ ਸ਼ਾਇਦ ਮੇਰੇ ਅਮਲਾਂ 'ਚੋਂ ਨਾ ਲੱਭ ਸਕੇ। ਮੈਂ ਇੱਕ ਕਮਜ਼ੋਰ ਦਿਲ ਦਾ ਆਦਮੀ ਹਾਂ ਗੁਰੂਦੇਵ। ਮੰਨਦਾ ਹਾਂ ਕਿ ਮੇਰੇ ਅੰਦਰ ਜਿਹੜੇ ਸ਼ੌਕ ਤੁਸੀਂ ਜਗਾ ਦਿੱਤੇ ਨੇ ਉਹ ਬੇਪਨਾਹ ਨੇ, ਪਰ ਇਹਨਾਂ ਨੇ ਪੂਰੀਆਂ ਕਰਨ ਲਈ ਜਿਸ ਦ੍ਰਿੜਤਾ ਤੇ ਹੌਸਲੇ ਦੀ ਲੋੜ ਹੈ, ਉਸ ਤੋਂ ਮੈਂ ਅਜੇ ਲਗਭਗ ਖਾਲੀ ਹਾਂ। ਮਲਕ ਜੀ ਬੋਲੇ, ਇਸ ਬੋਝ ਨੂੰ ਚੁੱਕਣ ਤੋਂ ਪਹਿਲਾਂ ਤੇਰਾ ਘਬਰਾਉਣਾ ਕੁਦਰਤੀ ਹੈ ਬੇਟਾ, ਪਰ ਮੈਂ ਇੰਨਾ ਬੇਸਮਝ ਨਹੀਂ ਕਿ ਬਗੈਰ ਸੋਚੇ ਸਮਝੇ ਤੇਰੇ ਤੇ ਇਹ ਭਾਰ ਲੱਦ ਦਿੰਦਾ। ਇਹ ਕਾਗਜ਼ੀ ਵਸੀਅਤਨਾਮਾ ਜਿਹੜਾ ਮੈਂ ਤੇਰੇ ਲਈ ਲਿਖਿਆ ਹੈ ਤੋਂ ਛੁੱਟ ਮੇਰੀ ਆਤਮਾ ਨੇ ਵੀ ਇੱਕ ਵਸੀਅਤ ਕੀਤੀ ਹੈ, ਜਿਸ ਰਾਹੀਂ ਮੈਂ ਆਪਣੀ ਜਿੰਨੀ ਵੀ ਮਾੜੀ ਮੋਟੀ ਲੇਖਣ ਸ਼ਕਤੀ ਮੇਰੇ ਕੋਲ ਹੈ ਤੇਰੇ ਨਾਂ ਮੁੰਤਕਿਲ ਕਰ ਦਿੱਤੀ ਹੈ। ਪਰ ਗੁਰੂਦੇਵ, ਮਦਨ ਨੇ ਸਨਿਮਰ ਕਿਹਾ, ਇਹ ਕਿਰਪਾ ਕਰਨ ਤੋਂ ਪਹਿਲਾਂ ਤੁਹਾਨੂੰ ਮੇਰੀ ਜ਼ਿੰਦਗੀ ਦਾ ਇੱਕ ਹੋਰ ਪਾਸਾ ਵੀ ਤਾਂ ਦੇਖ ਲੈਣਾ ਚਾਹੀਦਾ। ਕੀ? ਤੁਹਾਨੂੰ ਯਾਦ ਹੋਏਗਾ ਮੈਂ ਆਪਣੀ ਇੱਕ ਚਿੱਠੀ 'ਚ ਇਸ਼ਾਰੇ ਮਾਤਰ ਲਿਖਿਆ ਸੀ ਕਿ ਕਿਸੇ ਦੇ ਪਿਆਰ 'ਚ ਫਸ ਕੇ ਮੈਂ ਦਿਨੋਂ ਦਿਨ ਆਪਣੇ ਨਿਸ਼ਾਨਿਆਂ ਤੋਂ ਖੁੰਝਦਾ ਜਾਂਦਾ, ਜਿਹਦੇ ਜਵਾਬ 'ਚ ਤੁਸੀਂ ਮੈਨੂੰ ਲਿਖਿਆ ਸੀ, ਛੋੜੋ ਮਦਨ ਇਹਨਾਂ ਮੁਹੱਬਤ ਪਿਆਰ ਦੀਆਂ ਝੇੜਿਆਂ ਨੂੰ। ਆਪਣੇ ਵੱਲੋਂ ਤਾਂ ਮੈਂ ਇਹਨਾਂ ਝੇੜਿਆਂ ਨੂੰ ਛੱਡਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਮੇਰੀ ਮਾਨਸਿਕ ਕਮਜ਼ੋਰੀ ਦਾ ਅੰਦਾਜ਼ਾ ਤੁਸੀਂ ਇਸੇ ਤੋਂ ਲਾ ਸਕਦੇ ਹੋ ਕਿ ਆਪਣੇ ਦਿਲ ਨੂੰ ਉਸ ਮੋਹ ਜਾਲ ਤੋਂ ਅੱਜ ਤੱਕ ਵੀ ਮੈਂ ਛੁਡਾ ਨਹੀਂ ਸਕਿਆ। ਇਸ ਵਿੱਚ ਕੁਝ ਵੀ ਅਨੋਖਾਪਣ ਨਹੀਂ। ਇਹ ਚੀਜ਼ ਮਨੁੱਖੀ ਜੀਵਨ ਦਾ ਇੱਕ ਹਿੱਸਾ ਹੈ। ਕੋਈ ਵੀ ਜਿਹੜਾ ਮਨੁੱਖੀ ਜਾਮੇ 'ਚ ਆਇਆ ਹੈ, ਇਸ ਕੁਦਰਤੀ ਜਜ਼ਬੇ ਤੋਂ ਆਪਣੇ ਆਪ ਨੂੰ ਬਚਾ ਨਹੀਂ ਸਕਦਾ। ਲੋੜ ਹੈ ਇਸ ਜਜ਼ਬੇ ਨੂੰ ਸੰਭਾਲਣ ਦੀ। ਸੰਭਾਲਣ ਤੋਂ ਤੁਹਾਡਾ ਕੀ ਮੁਰਾਦ ਹੈ ਗੁਰੂਦੇਵ? ਆਪਣੀ ਦੁਨੀਆ 'ਚ ਸਵਾਰਥ ਦੇ ਅੰਸ਼ ਨੂੰ ਕੱਢ ਦੇਣਾ ਤੇ ਇਹਦੀ ਥਾਂ ਤਿਆਗ ਦੀ ਸ਼ਕਤੀ ਨੂੰ ਗ੍ਰਹਿਣ ਕਰਨਾ, ਇਹ ਹੈ ਇਹਦੇ ਸੰਭਾਲਣ ਦਾ ਤਰੀਕਾ। ਪਰ ਗੁਰਦੇਵ, ਇਹ ਤਾਂ ਮੈਂ ਪਹਿਲਾਂ ਹੀ ਕਰ ਚੁੱਕਾ। ਤਿਆਗ ਦੇ ਹਥਿਆਰ ਨਾਲ ਸਵਾਰਥ ਨੂੰ ਜਿੱਤਣ ਦਾ ਸਿਰਫ ਮੈਂ ਪ੍ਰਾਣੀ ਨਹੀਂ ਕੀਤਾ, ਉਰਵਸ਼ੀ ਨੇ ਵੀ ਕੀਤਾ। ਉਰਵਸ਼ੀ ਕੌਣ? ਉਹ ਲੜਕੀ ਜਿਸ ਨਾਲ ਮੈਂ ਪਹਿਲਾਂ ਪਿਆਰ ਤੇ ਅਖੀਰ 'ਚ ਉਸ ਲਈ ਤਿਆਗ। ਤਾਂ ਤੇਰਾ ਤਿਆਗ ਅਸਲੀ ਨਹੀਂ। ਜੇ ਹੁੰਦਾ ਤਾਂ ਅੱਜ ਤੂੰ ਆਪਣੇ ਆਪ ਨੂੰ ਇੰਨਾ ਔਖਾ ਨਾ ਮਹਿਸੂਸ ਕਰਦੇ ਹੋ। ਤੇਰੇ ਅੰਦਰ ਪੂਰੀ ਤਸੱਲੀ ਤੇ ਸ਼ਾਂਤੀ ਹੁੰਦੀ। ਗੁਰਦੇਵ, ਖਿਮਾ ਕਰਨਾ, ਤੁਸੀਂ ਅਜੇ ਕਹਾਣੀ ਸੁਣੀ ਨਹੀਂ। ਮੈਨੂੰ ਜ਼ਰੂਰ ਤਸੱਲੀ ਤੇ ਸ਼ਾਂਤੀ ਹੁੰਦੀ ਜੇ ਮੈਨੂੰ ਯਕੀਨ ਹੋ ਜਾਂਦਾ ਕਿ ਉਰਵਸ਼ੀ ਦਾ ਭਵਿੱਖ ਖਤਰੇ ਤੋਂ ਖਾਲੀ ਹੈ। ਪਰ ਇਸ ਵੇਲੇ ਜਿਸ ਹਾਲਤ 'ਚ ਮੈਂ ਉਹਨੂੰ ਛੱਡ ਕੇ ਆ ਰਿਹਾ, ਨਾ ਸਿਰਫ ਉਹਦੀ ਜ਼ਿੰਦਗੀ ਖਤਰੇ 'ਚ ਹੈ, ਸਗੋਂ ਇੱਜ਼ਤ ਵੀ। ਜ਼ਿੰਦਗੀ ਦਾ ਖਤਰਾ ਮੈਂ ਜਾਣਦਾ ਉਰਵਸ਼ੀ ਨੂੰ ਡਾਵਾਂਡੋਲ ਨਹੀਂ ਹੋਣ ਦੇਗਾ। ਉਹ ਬੜੀ ਮਜ਼ਬੂਤ ਦਿਲ ਵਾਲੀ ਕੁੜੀ ਹੈ, ਪਰ ਜਿਹੜੀ ਚਿੰਤਾ ਮੈਨੂੰ ਹਰ ਵੇਲੇ ਖਾਂਦੀ ਰਹਿੰਦੀ ਹੈ, ਉਹ ਇਹ ਕਿ ਜੇ ਉਸ ਵਿਚਾਰੀ ਦੀ ਇੱਜ਼ਤ ਤੇ ਆ ਬਣੀ ਤਾਂ ਕੀ ਕਰੂੰਗੀ। ਮੈਂ ਕਹਿ ਨਹੀਂ ਸਕਦਾ ਇਸ ਵੇਲੇ ਤੱਕ ਉਹ ਖਤਰੇ ਦੀ ਕਿਸ ਡੂੰਘਾਈ 'ਚ ਜਾ ਡਿੱਗੀ ਹੋਵੇ। ਮਦਨ ਦੀਆਂ ਗੱਲਾਂ ਦੇ ਛਿੱਕੜ ਹਿੱਸੇ ਨੇ ਬਿਰਧ ਨੂੰ ਕਾਫੀ ਪ੍ਰਭਾਵਿਤ ਕੀਤਾ। ਥੋੜ੍ਹਾ ਸੋਚਦਾ ਬੋਲਿਆ, ਮਦਨ, ਮੈਂ ਤੇਰੀ ਪ੍ਰੇਮਿਕਾ ਦੀ ਕਹਾਣੀ ਜ਼ਰਾ ਵੇਰਵੇ ਨਾਲ ਸੁਣਨੀ ਚਾਹੁੰਦਾ। ਮੈਂ ਤਾਂ ਮੌਕਾ ਢੂੰਡ ਰਿਹਾ ਸੀ ਗੁਰਦੇਵ। ਕਹਿਣ ਤੋਂ ਬਾਅਦ ਮਦਨ ਨੇ ਆਪਣੇ ਤੇ ਉਰਵਸ਼ੀ ਦੇ ਸਬੰਧਾਂ ਬਾਰੇ ਮੁੱਢ ਤੋਂ ਲੈ ਕੇ ਅੱਜ ਤੀਕ ਦੀ ਆਪ ਬੀਤੀ ਸੁਣਾਉਣੀ ਸ਼ੁਰੂ ਕੀਤੀ। ਕਹਾਣੀ ਜਿੰਨੀ ਲੰਮੀ ਸੀ ਓਨੀ ਅਸਰ ਤੇ ਕਰੁਣਾ ਭਰਪੂਰ। ਮਦਨ ਨੇ ਕੋਈ ਵੀ ਗੱਲ ਨਹੀਂ ਲੁਕਾਈ, ਨਾ ਹੀ ਕੁਝ ਵਧਾ ਚੜਾ ਕੇ ਦੱਸਿਆ। ਵਾਰਤਾ ਦਾ ਸਿਲਸਿਲਾ ਜਿਉਂ-ਜਿਉਂ ਲੰਮਾ ਹੁੰਦਾ ਗਿਆ, ਬਿਰਧ ਦੀ ਰੁਚੀ ਜ਼ਿਆਦਾ ਤੋਂ ਜ਼ਿਆਦਾ ਖਿੱਚਦਾ ਚਲਾ ਗਿਆ। ਜਦ ਇਹ ਵਾਰਤਾ ਆਪਣੇ ਅੱਤ ਤੇ ਪਹੁੰਚੀ, ਮਦਨ ਨੇ ਵੇਖਿਆ ਮਲਕ ਜੀ ਦੀ ਹਾਲਤ ਤੋਂ ਕੁਝ ਡਰ ਕੇ ਮਦਨ ਨੇ ਆਵਾਜ਼ ਦਿੱਤੀ, ਗੁਰੂਦੇਵ। ਮਲਕ ਜੀ ਦੀ ਹਾਲਤ ਤੋਂ ਕੁਝ ਡਰ ਕੇ ਕਿਹਾ, ਸੁਣ ਲਈ ਮੇਰੀ ਵਿਥਿਆ? ਹਾਂ। ਮੈਂ ਥੋੜਾ ਜਿਹਾ ਸਿਰ ਹਿਲਾ ਕੇ ਬਿਰਧ ਨੇ ਕਿਹਾ, ਇਹ ਤੋਂ ਅੱਗੇ ਕੁਝ ਨਾ ਬੋਲ ਸਕਿਆ। ਤਾਂ ਤੁਹਾਡਾ ਕੀ ਖਿਆਲ ਹੈ ਇਸ ਬਾਰੇ? ਮਦਨ ਨੇ ਸਵਾਲ ਕੀਤਾ। ਜਵਾਬ ਦੇਣ ਦੀ ਥਾਂ ਬਿਰਧ ਨੇ ਉਸ ਉੱਤੇ ਸਵਾਲ ਕਰਤਾ, ਕਿੰਨੀ ਉਮਰ ਦੱਸੀ ਹੈ ਤੂੰ ਉਸ ਲੜਕੀ ਦੀ? ਇਹੋ 20 ਦੇ ਕਰੀਬ। ਉਹਦੀ ਮਾਂ ਨੇ ਤੇਜ਼ਾਬ ਦੀ ਮਦਦ ਨਾਲ ਚਿਹਰੇ ਦਾ ਹੁਲੀਆ ਵਿਗਾੜ ਲਿਆ ਸੀ। ਜੀ ਹਾਂ ਗੁਰਦੇਵ, ਨਾਲੇ ਦੰਦ ਪੁਟਾ ਕੇ। ਮਲਕ ਜੀ ਉੱਤੇ ਫਿਰ ਚੁੱਪ ਛਾ ਗਈ। ਹੁਣ ਉਹਨਾਂ ਦੀਆਂ ਅੱਖਾਂ ਬੰਦ ਸੀ, ਜਿਵੇਂ ਅੰਤਰਮੁਖੀ ਹੋ ਕੇ ਕਿਸੇ ਉਲਝੀ ਸਮੱਸਿਆ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ। ਮਦਨ ਹੋਰ ਵੀ ਹੈਰਾਨ ਹੋਇਆ ਜਦ ਉਹਨਾਂ ਪੁੱਛਿਆ, ਤੂੰ ਕਿਹਾ ਨਾ ਮਦਨ ਕਿ ਉਰਵਸ਼ੀ ਨੇ ਤੈਨੂੰ ਉਸ ਰਾਤ ਆਪਣੀ ਫੋਟੋ ਦਿੱਤੀ ਸੀ? ਜੀ ਹਾਂ। ਉਹ ਤੇਰੇ ਕੋਲ ਹੈ? ਹਾਂਜੀ, ਮੇਰੇ ਟਰੰਕ 'ਚ ਹੈ। ਮੈਂ ਉਹਨੂੰ ਜ਼ਰਾ ਵੇਖਣਾ ਚਾਹੁੰਦਾ। ਮਦਨ ਆਪਣੀ ਥਾਂ ਤੋਂ ਉੱਠਿਆ, ਪਿਛਲੇ ਕਮਰੇ 'ਚ ਜਾ ਕੇ ਜਿੱਥੇ ਉਹਦਾ ਅਸਬਾਬ ਪਿਆ ਸੀ, ਟਰੰਕ 'ਚੋਂ ਫੋਟੋ ਕੱਢ ਲਿਆਇਆ। ਉਹ ਸੋਚ ਰਿਹਾ ਸੀ ਸ਼ਾਇਦ ਮਲਕ ਹੋਰੀ ਉਰਵਸ਼ੀ ਦੇ ਚੈਨ ਚੱਕਰ ਵੇਖ ਕੇ ਉਹਦੀ ਮਾਨਸਿਕ ਅਚਰਣਕ ਹਾਲਤ ਦਾ ਅੰਦਾਜ਼ਾ ਲਾਉਣਾ ਚਾਹੁੰਦੀ ਹੈ। ਫੋਟੋ ਲਿਆ ਕੇ ਉਹਨੇ ਮਲਕ ਜੀ ਦੇ ਹੱਥ ਫੜਾਤੀ। ਇੰਨੀ ਦੇਰ ਇਸ ਮਾਮੂਲੀ ਜੀ ਫੋਟੋ ਦੇ ਦੇਖਣ 'ਚ ਸੋਚਦਾ ਹੋਇਆ ਮਦਨ ਮਲਕ ਜੀ ਵੱਲ
ਤੱਕ ਰਿਹਾ ਸੀ। ਇੰਨੀ ਡੂੰਘੀ ਤੱਕਣੀ ਤੇ ਇਸ ਤਰ੍ਹਾਂ ਦਾ ਰੰਗ ਢੰਗ। ਗੁਰਦੇਵ, ਮਦਨ। ਦੋਵਾਂ ਦੇ ਮੂੰਹੋਂ ਇਕੱਠੇ ਹੀ ਇਹ ਸੰਬੋਧਨ ਨਿਕਲੇ। ਮਦਨ ਸ਼ਾਇਦ ਕੁਝ ਪੁੱਛਣ ਹੀ ਲੱਗਾ ਸੀ, ਪਰ ਮਲਕ ਜੀ ਨੇ ਉਸੇ ਵੇਲੇ ਬੋਲਦਿਆਂ ਵੇਖ ਕੇ ਉਹ ਚੁੱਪ ਕਰ ਗਿਆ। ਮਲਕ ਜੀ ਬੋਲੇ, ਤੂੰ ਇਹ ਕੰਮ ਠੀਕ ਨਹੀਂ ਕੀਤਾ ਬੇਟਾ। ਕੀ? ਇਸ ਤਰ੍ਹਾਂ ਵਿਚਾਰੀ ਨੂੰ ਖਤਰੇ ਦੇ ਮੂੰਹ 'ਚ ਦੇ ਕੇ ਤੈਨੂੰ ਨਹੀਂ ਸੀ ਆਉਣਾ ਚਾਹੀਦਾ। ਮਲਕ ਜੀ ਦੀਆਂ ਅੱਖਾਂ ਮੁੜ ਫੋਟੇ ਤੇ ਗੱਡੀਆਂ ਗਈਆਂ। ਮੈਂ ਕੀ ਕਰਦਾ ਗੁਰਦੇਵ? ਮਦਨ ਦੇ ਸ਼ਬਦਾਂ 'ਚ ਬੇਵੱਸੀ ਦਾ ਰੰਗ ਸੀ। ਤੁਹਾਡੀ ਚਿੱਠੀ ਵੇਖ ਕੇ ਕਿਕਣ ਰੁਕ ਸਕਦਾ ਸੀ? ਤੇਰਾ ਕੀ ਖਿਆਲ ਹੈ ਮਦਨ? ਫੋਟੋ ਨੂੰ ਤਕੀਏ ਹੇਠ ਰੱਖਦਿਆਂ ਮਲਕ ਜੀ ਬੋਲੇ, ਪ੍ਰਕਾਸ਼ ਆਪਣੇ ਇਕਰਾਰ ਤੇ ਪੂਰਾ ਉਤਰੇਗਾ ਜਿਹੜਾ ਉਹਨੇ ਤੇਰੇ ਨਾਲ ਕੀਤਾ ਸੀ? ਨਹੀਂ ਗੁਰਦੇਵ, ਮੈਨੂੰ ਬਿਲਕੁਲ ਉਹਦੀ ਜ਼ੁਬਾਨ ਤੇ ਵਿਸ਼ਵਾਸ ਨਹੀਂ ਹੈ। ਮੈਂ ਉਹਨੂੰ ਬਹੁਤ ਵਾਰੀ ਅਜ਼ਮਾ ਚੁੱਕਾ। ਤਾਂ ਤੂੰ ਉਰਵਸ਼ੀ ਜ਼ਰੂਰ ਕਿਸੇ ਖਤਰੇ 'ਚ ਪੈ ਗਈ ਜਾਂ ਪੈਣ ਵਾਲੀ ਹੋਏਗੀ। ਮਦਨ, ਇਸ ਵੇਲੇ ਸਭ ਪਾਸਿਆਂ ਦਾ ਖਿਆਲ ਛੱਡ ਕੇ ਸਭ ਤੋਂ ਪਹਿਲਾਂ ਤੈਨੂੰ ਉਹਦੀ ਰੱਖਿਆ ਕਰਨੀ ਹੋਏਗੀ। ਪਰ ਗੁਰਦੇਵ, ਜੱਗੇ ਦੇ ਹੁੰਦਿਆਂ ਮੇਰਾ ਖਿਆਲ ਹੈ। ਗੱਲ ਟੋਕ ਕੇ ਮਲਕ ਜੀ ਬੋਲੇ, ਤੂੰ ਬੜਾ ਭੋਲਾ ਹੈ ਮਦਨ। ਇੰਨੀ ਜਲਦੀ ਕਿਸੇ ਦਾ ਵਿਸ਼ਵਾਸ ਨਹੀਂ ਕਰ ਲੈਣਾ ਚਾਹੀਦਾ। ਜੱਗਾ ਪ੍ਰਕਾਸ਼ ਦਾ ਨੌਕਰ ਹੈ, ਉਹਦਾ ਹਮ ਪਿਆਲਾ ਹਮ ਨਵਾਲਾ। ਇਹੋ ਜਿਹੇ ਆਦਮੀ ਦਾ ਬਹੁਤਾ ਭਰੋਸਾ ਨਹੀਂ ਕੀਤਾ ਜਾ ਸਕਦਾ। ਇਹੋ ਜਿਹੇ ਆਦਮੀ ਨੂੰ ਵਾਅਦਾ ਖਿਲਾਫੀ ਕਰਦਿਆਂ ਕੀ ਦੇਰ ਲੱਗਦੀ ਹੈ? ਪਰ ਗੁਰਦੇਵ, ਮਦਨ ਨੇ ਭਰੋਸੇ ਭਰੇ ਰੰਗ 'ਚ ਕਿਹਾ, ਉਸ ਵੇਲੇ ਜਿਸ ਹਾਲਤ ਵਿੱਚ ਮੈਂ ਜੱਗੇ ਨੂੰ ਵੇਖਿਆ ਸੀ, ਉਸ ਤੋਂ ਤਾਂ ਇਹੋ ਮਾਲੂਮ ਹੁੰਦਾ ਸੀ। ਗੱਲ ਟੋਕ ਕੇ ਮਲਕ ਜੀ ਬੋਲੇ, ਨਹੀਂ ਮਦਨ, ਉਹਦੀ ਜ਼ਿੰਦਗੀ ਦੇ ਹਾਲ ਜਿਹੜੇ ਤੂੰ ਮੈਨੂੰ ਸੁਣਾਏ ਨੇ, ਇਹਨਾਂ ਦੀ ਰੌਸ਼ਨੀ 'ਚ ਮੈਂ ਕਦੇ ਵੀ ਭਰੋਸਾ ਨਹੀਂ ਕਰ ਸਕਦਾ ਕਿ ਉਹ ਆਪਣੇ ਕੌਲਾਂ ਤੇ ਪਹਿਰਾ ਦੇਵੇਗਾ। ਚਲੋ ਮੰਨ ਲਓ ਕਿ ਉਹ ਆਪਣੇ ਇਕਰਾਰ ਤੋਂ ਨਹੀਂ ਫਿਰੇਗਾ, ਪਰ ਆਖਰ ਤਾਂ ਉਹ ਇੱਕ ਨੌਕਰ ਹੀ ਹੈ। ਮਾਲਕ ਦੇ ਹੱਥ ਉਹਨੇ ਥੋੜ੍ਹੇ ਫੜ ਲੈਣੇ ਆ। ਕਹਿੰਦੇ ਮਲਕ ਜੀ ਨੇ ਇੱਕ ਵਾਰੀ ਫੇਰ ਤੱਕੀਏ ਹੇਠੋਂ ਫੋਟੋ ਕੱਢੀ ਤੇ ਮੁੜ ਡੂੰਘੀ ਨਜ਼ਰ ਨਾਲ ਉਹਨੂੰ ਤੱਕਣ ਲੱਗੇ। ਉਹਨਾਂ ਦੇ ਚਿਹਰੇ ਤੇ ਇਸ ਵੇਲੇ ਸਖਤ ਘਬਰਾਹਟ ਸੀ। ਤਾਂ ਹੁਣ ਕੀ ਕਰਨਾ ਚਾਹੀਦਾ ਗੁਰਦੇਵ? ਮਦਨ ਨੇ ਸਵਾਲ ਕੀਤਾ, ਜਿਹਦਾ ਜਵਾਬ ਦੇਣ ਲਈ ਮਲਕ ਜੀ ਨੇ ਬੁੱਲ੍ਹ ਖੋਲ੍ਹੇ ਹੀ ਸੀ ਕਿ ਉਹਨਾਂ ਨੂੰ ਕਿਸੇ ਦੀ ਪੌੜੀਆਂ ਚੜ੍ਹਨ ਦੀ ਆਵਾਜ਼ ਸੁਣਾਈ ਦਿੱਤੀ। ਦੋਹਾਂ ਦਾ ਧਿਆਨ ਬੂਹੇ ਵੱਲ ਖਿੱਚਿਆ ਗਿਆ। ਤਾਰ ਚਪੜਾਸੀ ਦੇ ਹੱਥ 'ਚ ਟੈਲੀਗ੍ਰਾਮ ਦਾ ਲਿਫਾਫਾ ਸੀ, ਜਿਸ ਤੋਂ ਉਹਨੇ ਮਦਨ ਦਾ ਨਾਮ ਪੜ੍ਹਿਆ। ਅੱਬੜਵਾਏ ਉੱਠ ਕੇ ਮਦਨ ਨੇ ਤਾਰ ਵਸੂਲ ਕੀਤਾ। ਮਲਕ ਜੀ ਦੇ ਨੇੜੇ ਆ ਕੇ ਸਭ ਤੋਂ ਪਹਿਲਾਂ ਉਹਨੇ ਭੇਜਣ ਵਾਲੇ ਦਾ ਪਤਾ ਪੜ੍ਹਿਆ, ਪ੍ਰਕਾਸ਼ ਵਿਲਾ ਮਸੂਰੀ। ਭੇਜਣ ਵਾਲੇ ਦੇ ਨਾਂ ਉੱਤੇ ਉਹਦੀ ਨਜ਼ਰ ਪਈ, ਉਰਵਸ਼ੀ। ਉਹਨੇ ਤਾਰ ਦਾ ਮਜ਼ਮੂਨ ਪੜ੍ਹਿਆ, ਐਕਸੀਡੈਂਟ ਹੈਪਨਡ, ਰੀਚ ਸੂਨ। ਹਾਦਸਾ ਹੋ ਗਿਆ, ਛੇਤੀ ਪਹੁੰਚੋ। ਪੜ੍ਹ ਕੇ ਮਦਨ ਦੇ ਹੱਥਾਂ ਦੇ ਤੋਤੇ ਉੱਡ ਗਏ। ਸੁਣ ਕੇ ਬਿਰਧ ਦੀਆਂ ਪਸਲੀਆਂ 'ਚ ਸਾਹ ਮਿਟਣਾ ਔਖਾ ਹੋ ਗਿਆ। ਮਦਨ ਘਬਰਾ ਕੇ ਬੋਲਿਆ, ਗੁਰਦੇਵ, ਤੁਹਾਡਾ ਖਿਆਲ ਠੀਕ ਹੈ ਨਿਕਲਿਆ। ਤਾਂ ਕਿ ਮੈਨੂੰ ਮਸੂਰੀ ਜਾਣਾ ਪਏਗਾ? ਮੈਂ ਵੀ ਚੱਲਾਂਗਾ। ਮਲਕ ਨੇ ਆਪਣੇ ਖੁਸ਼ਕ ਹੋਠਾਂ ਦੀ ਜੀਭ ਫੇਰਦਿਆਂ ਕਿਹਾ, ਤੁਸੀਂ? ਮਦਨ ਨੇ ਹੈਰਾਨੀ ਨਾਲ ਕਿਹਾ, ਹਾਂ, ਪਰ ਤੁਹਾਡੀ ਸਿਹਤ? ਨਹੀਂ, ਮੈਂ ਹੁਣ ਕਾਫੀ ਠੀਕ ਹਾਂ। ਮੇਰੀ ਬੇਨਤੀ ਹੈ, ਤੁਸੀਂ ਨਾਲ ਨਾ ਜਾਓ। ਤੁਹਾਨੂੰ ਪਤਾ ਹੈ, ਦੇਹਰਾਦੂਨ ਤੋਂ ਅੱਗੇ ਲਾਰੀ ਦਾ ਸਫ਼ਰ ਕਰਨਾ ਹੋਏਗਾ। ਕੋਈ ਹਰਜ ਨਹੀਂ ਬੇਟਾ, ਤੂੰ ਮੇਰੀ ਚਿੰਤਾ ਨਾ ਕਰ। ਮਦਨ ਵਿਰੋਧ ਨਹੀਂ ਕਰ ਸਕਿਆ। ਸਫ਼ਰ ਲਈ ਤਿਆਰੀ ਹੋਣ ਲੱਗੀ ਤੇ ਸਭ ਤੋਂ ਪਹਿਲਾਂ ਮਦਨ ਨੇ ਡਾਕਖਾਨੇ ਵੱਲ ਇੱਕ ਚਿੱਠੀ ਲਿਖੀ ਕਿ ਜੋ ਵੀ ਚਿੱਠੀ ਉਹਦੇ ਨਾਂ ਹੋਵੇ, ਰੀਡਾਇਰੈਕਟ ਕਰਕੇ ਮਸੂਰੀ ਦੇ ਪੋਸਟ ਮਾਸਟਰ ਰਾਹੀਂ ਉਹਨੂੰ ਭੇਜੀ ਜਾਵੇ। ਅੰਗ 27ਵਾਂ। ਚੌਕੀਦਾਰ ਨੂੰ ਡਾਕਖਾਨੇ ਭੇਜ ਕੇ ਉਰਵਸ਼ੀ ਮਾਂ ਦੇ ਕਮਰੇ 'ਚ ਨਹੀਂ ਗਈ। ਮਾਨੋ ਕਮਰਾ ਨਹੀਂ, ਕੋਈ ਬਾਰੂਦਖਾਨਾ ਸੀ, ਜਿਹਦੇ ਪਲੀਤੇ ਨੂੰ ਅੱਗ ਲੱਗ ਚੁੱਕੀ ਹੋਣ ਕਰਕੇ ਪ੍ਰਭਾ ਦੇਵੀ ਦੇ ਜਾਗਦਿਆਂ ਹੀ ਸਾਰਾ ਕਮਰਾ ਸਣੇ ਪ੍ਰਭਾ ਦੇਵੀ ਦੇ ਸਣੇ ਉਰਵਸ਼ੀ ਦੇ ਭੱਕ ਕਰਕੇ ਉੱਡ ਜਾਏਗਾ। ਰਾਤ ਦੇ ਉਨੀਂਦੇ ਡਰ ਤੇ ਘਬਰਾਹਟ ਕਰਕੇ ਇਸ ਵੇਲੇ ਉਰਵਸ਼ੀ ਦਾ ਸਿਰ ਦਰਦ ਨਾਲ ਪਾਟ ਰਿਹਾ ਸੀ। ਕੰਨਾਂ 'ਚ ਘੂੰ-ਘੂੰ ਹੋ ਰਹੀ ਸੀ। ਕੋਠੀ 'ਚ ਖਲੋ ਕੇ ਉਹਨੇ ਆਪਣੇ ਆਲੇ ਦੁਆਲੇ ਨਜ਼ਰ ਫੇਰ ਕੇ ਤੱਕਿਆ। ਸਾਰੀ ਰਾਤ ਦੀ ਝੱਖੜ ਹਨੇਰੀ ਤੋਂ ਬਾਅਦ ਵਾਯੂਮੰਡਲ ਇਸ ਵੇਲੇ ਟਕਾ 'ਚ ਸੀ, ਜਿਵੇਂ ਬਹੁਤਾ ਚਿਰ ਚੰਗਿਆੜਦੇ ਰਹਿਣ ਤੋਂ ਬਾਅਦ ਦਰਿੰਦੇ ਨੂੰ ਸ਼ਿਕਾਰੀ ਨੇ ਆਪਣੇ ਲਾਏ ਹੋਏ ਫੰਦੇ 'ਚ ਜਕੜ ਲਿਆ ਹੋਵੇ। ਆਕਾਸ਼ ਦੀ ਨੀਲੀ ਹਿੱਕ ਉੱਤੇ ਕੋਈ ਧੱਬਾ ਬਾਕੀ ਨਹੀਂ ਸੀ, ਪਰ ਪੂਰਬ ਦੀ ਗੁੱਠੋਂ ਕੋਈ ਲਹੂ ਰੰਗੀ ਲਹਿਰ ਉੱਠ ਕੇ ਜਿਵੇਂ ਇਸ ਨੀਲੇ ਸਮੁੰਦਰ 'ਚ ਘੁਲਦੀ ਜਾ ਰਹੀ ਸੀ। ਬਣ ਪੰਛੀਆਂ ਨੇ ਆਲ੍ਹਣਿਆਂ ਵਿੱਚ ਨਿੰਦਰਾਈਆਂ ਆਵਾਜ਼ਾਂ ਵਿੱਚ ਬੋਲਣਾ ਸ਼ੁਰੂ ਕਰਤਾ ਸੀ। ਖਲੋਤਿਆਂ ਉਹਨੇ ਕੱਲ੍ਹ ਸ਼ਾਮ ਤੋਂ ਲੈ ਕੇ ਹੁਣ ਤੱਕ ਦੀਆਂ ਬੀਤ ਚੁੱਕੀਆਂ ਘੜੀਆਂ ਨੂੰ ਇੱਕ ਵਾਰੀ ਫੇਰ ਘੋਖਣਾ ਸ਼ੁਰੂ ਕੀਤਾ। ਇੱਕ ਖਿਆਲ ਉਹਦੇ ਸਾਹਮਣੇ ਰੂਪਮਾਨ ਹੋਇਆ। ਕੁਝ ਵੀ ਤਾਂ ਨਹੀਂ ਹੋਇਆ, ਇਹ ਸਾਰਾ ਹੀ ਇੱਕ ਡਰਾਉਣਾ ਸੁਪਨਾ ਸੀ। ਮੈਂ ਸੁਪਨੇ ਨੂੰ ਸੱਚੀ ਘਟਨਾ ਸਮਝ ਕੇ ਮੁਫ਼ਤ ਵਿੱਚ ਡਰ ਰਹੀ ਸੀ। ਪਰ ਉਹਦੀ ਨਜ਼ਰ ਜਦ ਆਪਣੇ ਸੱਜੇ ਹੱਥ ਤੇ ਟਿਕੀ ਤਾਂ ਉਹ ਆਪਣੀ ਦਲੀਲ ਤੇ ਆਪੇ ਖੰਡਨ ਕਰਨ ਲੱਗੀ। ਜੇ ਸੁਪਨਾ ਸੀ ਤਾਂ ਤਿੰਨਾਂ ਹੀਰਿਆਂ ਵਾਲੀ ਮੁੰਦਰੀ ਕਿੱਥੇ ਗਈ? ਨਹੀਂ, ਇਹ ਸੁਪਨਾ ਨਹੀਂ ਸੀ। ਇਸ ਯਕੀਨ ਨੇ ਸਭ ਤੋਂ ਮਾਰੂ ਤੇ ਸਿੱਧਾ ਅਸਰ ਉਹਦੀ ਹਿੱਕ 'ਚ ਧੜਕ ਰਹੇ ਦਿਲ ਤੇ ਕੀਤਾ, ਜਿਹਦੀ ਤੇਜ਼ੀ 'ਚ ਵਾਧਾ ਹੋਈ ਜਾ ਰਿਹਾ ਸੀ। ਤਾਂ ਕਿ ਮਾਤਾ ਜੀ ਸੱਚਮੁੱਚ ਪਾਗਲਖਾਨੇ ਦੀ ਹਾਲਤ ਤੱਕ ਪਹੁੰਚ ਗਏ ਨੇ। ਇਸ ਖਿਆਲ ਦੇ ਆਉਂਦਿਆਂ ਹੀ ਉਹਦੇ ਕਦਮ ਬੈਡਰੂਮ ਵੱਲ ਮੁੜੇ, ਪਰ ਉਹ 2 ਕਦਮ ਉਸ ਪਾਸੇ ਟੁਰ ਕੇ ਖਲੋ ਗਈ। ਮਾਤਾ ਜੀ ਨੂੰ ਜਗਾਉਣਾ ਠੀਕ ਨਹੀਂ ਹੋਏਗਾ। ਉਹਦੇ ਲਾਗੇ ਇੱਕ ਕੁਰਸੀ ਪਈ ਸੀ। ਉਰਵਸ਼ੀ ਉਸ ਉੱਤੇ ਜਾ ਬੈਠੀ। ਰਾਤ ਦੀ ਬੱਦਲਵਾਈ ਕਰਕੇ ਸਰਦੀ ਜ਼ਿਆਦਾ ਹੋ ਗਈ ਸੀ।
ਉਰਵਸ਼ੀ ਦੇ ਸਰੀਰ ਉੱਤੇ ਇਸ ਵੇਲੇ ਗਰਮ ਕੱਪੜਾ ਕੋਈ ਨਹੀਂ ਸੀ। ਇੱਕ ਚਿੱਟੀ ਰੇਸ਼ਮੀ ਸਲਵਾਰ ਤੇ ਇੱਕ ਪਤਲੀ ਜਿਹੀ ਕਮੀਜ਼ ਤੇ ਹਲਕਾ ਜਿਹਾ ਇੱਕ ਸਵੈਟਰ। ਪਰ ਇੰਨੀ ਸਰਦੀ ਹੋਣ ਤੇ ਵੀ ਉਹਦਾ ਧਿਆਨ ਇਸ ਵੱਲ ਨਹੀਂ ਸੀ। ਉਹਦੇ ਜੀਵਨ ਦੀ ਰਾਸ ਪੂੰਜੀ ਇਸ ਵੇਲੇ ਚਿਖਾ ਵਾਂਗ ਬਲ ਰਹੀ ਸੀ। ਕਿਸੇ ਖੌਫਨਾਕ ਹੋਣੀ ਦੇ ਕਾਲੇ ਝੁਲਸੇ ਚਿਹਰੇ ਉਹਦੇ ਦੁਆਲੇ ਮੌਤ ਨਾਚ ਨੱਚਦੇ ਹੋਏ ਆਪਣੀਆਂ ਲਹੂ ਲਿਬੜੀਆਂ ਜੀਭਾਂ ਕੱਢੀ ਉਸਨੂੰ ਡਰਾ ਰਹੇ ਸੀ। ਕੁਰਸੀ ਤੇ ਬੈਠਿਆਂ ਉਰਵਸ਼ੀ ਕੁਝ ਚਿਰ ਲਈ ਆਪਣੀ ਵਾਸਤਵਿਕ ਹਾਲਤ ਨੂੰ ਭੁੱਲ ਗਈ। ਰਾਤ ਦੇ ਉਨੀਂਦੇ ਕਰਕੇ ਉਹਦੇ ਸਿਰ ਨੂੰ ਜਿਹੜੇ ਚੱਕਰ ਆ ਰਹੇ ਸੀ, ਇਹ ਚੱਕਰ ਹੌਲੀ ਹੌਲੀ ਉਹਦੇ ਸਿਰ ਚੋਂ ਬਾਹਰ ਨਿਕਲ ਕੇ ਉਹਦੇ ਆਲੇ ਦੁਆਲੇ ਇੰਨੀ ਤੇਜ਼ੀ ਨਾਲ ਘੁੰਮਣ ਲੱਗੇ ਕਿ ਇਹਦੇ ਨਾਲ ਹੀ ਉਹਦੀਆਂ ਸੋਚਾਂ ਵੀ ਘੁੰਮਣ ਲੱਗ ਪਈਆਂ। ਹਰ ਦਿਸਦੀ ਚੀਜ਼ ਨੂੰ ਉਹ ਤੇਜ਼ ਚੱਕਰ 'ਚ ਭੌਂਦੀ ਮਹਿਸੂਸ ਕਰ ਰਹੀ ਸੀ। ਚੱਕਰਾਂ ਦੀ ਇਸ ਤੇਜ਼ੀ ਉੱਤੇ ਜਿਉਂ ਹੀ ਕਿਸੇ ਖਿਆਲ ਦੀ ਛਿੱਟ ਆ ਡਿੱਗਦੀ, ਝੱਟ ਉੱਡ ਪੁੱਡ ਜਾਂਦੀ। ਉਹਨੇ ਦੋਵਾਂ ਹੱਥਾਂ ਨਾਲ ਸਿਰ ਘੁੱਟਿਆ, ਅੱਖਾਂ ਦੇ ਪੋਟਿਆਂ ਨੂੰ ਮਲਿਆ, ਕੁਰਸੀ ਤੋਂ ਉੱਠ ਖੜੋਤੀ। ਦਿਨ ਦਾ ਚਿੱਟਾ ਚਾਨਣ ਹਰ ਪਾਸੇ ਫੈਲਿਆ ਸੀ। ਉਰਵਸ਼ੀ ਨੇ ਕੋਠੀ ਦੇ ਸਾਰੇ ਕਮਰਿਆਂ ਵੱਲ ਨਜ਼ਰ ਦੌੜਾਈ। ਕੱਲ੍ਹ ਇਹਨਾਂ ਕਮਰਿਆਂ 'ਚ ਅੱਛੀ ਗਹਿਮਾ ਗਹਿਮੀ ਸੀ। ਕਿਤੇ ਨਹਾਉਣ ਲਈ ਹਮਾਮ ਭਖਾਇਆ ਜਾ ਰਿਹਾ, ਕਿਤੇ ਚਾਹ ਦਾ ਸਮਾਨ ਤਿਆਰ ਹੋ ਰਿਹਾ ਸੀ, ਕਿਤੇ ਕੁਝ। ਪਰ ਅੱਜ ਹਰ ਪਾਸੇ ਭਾਂ-ਭਾਂ ਹੋ ਰਹੀ ਸੀ। ਅਜੇ ਤੱਕ ਕੋਈ ਨੌਕਰ ਕੋਠੀ 'ਚ ਨਹੀਂ ਸੀ ਆਇਆ। ਉਰਵਸ਼ੀ ਨੂੰ ਇੱਕ ਵਾਰ ਫੇਰ ਆਪਣੀ ਮਾਂ ਦੀ ਅਕਲ ਉੱਤੇ ਅਫਸੋਸ ਹੋਇਆ ਕਿ ਉਹ ਪ੍ਰਕਾਸ਼ ਦੀ ਆਖੇ ਲੱਗ ਕੇ ਮਿਸ਼ਰਾਣੀ ਤੇ ਮੁੰਡੂ ਨੂੰ ਘਰ ਹੀ ਛੱਡ ਆਈ। ਦੋਵਾਂ ਵਿੱਚੋਂ ਇੱਕ ਵੀ ਜੇ ਉਹਦੇ ਕੋਲ ਹੁੰਦਾ ਤਾਂ ਕਿਉਂ ਇਹ ਕੱਲ੍ਹ ਉਹਨੂੰ ਵੱਢ ਖਾਂਦੀ। ਉੱਠੀ ਤੇ ਮਾਂ ਦੇ ਕਮਰੇ ਵੱਲ ਤੁਰ ਪਈ। ਬੰਦ ਬੂਹਾ ਉਹਨੇ ਬੜੀ ਸਹਿਜ ਨਾਲ ਖੋਲ੍ਹਿਆ ਮਤੇ ਸੁੱਤੀ ਮਾਂ ਨੂੰ ਡਰ ਆ ਜਾਏ। ਪਰ ਜਿਉਂ ਹੀ ਬੂਹਾ ਖੋਲ੍ਹ ਕੇ ਉਹਨੇ ਅੰਦਰ ਤੱਕਿਆ, ਹੱਕੀ ਬੱਕੀ ਰਹਿ ਗਈ। ਪ੍ਰਭਾ ਦੇਵੀ ਦਾ ਮੰਜਾ ਖਾਲੀ ਸੀ। ਹੈਂ, ਮਾਤਾ ਜੀ ਕਿੱਧਰ ਚਲੇ ਗਏ? ਉਰਵਸ਼ੀ ਨੇ ਡਰੀਆਂ ਹੋਈਆਂ ਅੱਖਾਂ ਨਾਲ ਕਮਰੇ ਦੇ ਹਰ ਪਾਸੇ ਤੱਕਿਆ। ਜਦੋਂ ਉਹਨੇ ਇੱਕ ਹੋਰ ਕਮਰੇ ਦਾ ਬੂਹਾ, ਜਿਹੜਾ ਇਸੇ ਕਮਰੇ 'ਚ ਖੁੱਲ੍ਹਦਾ ਸੀ, ਖੁੱਲ੍ਹਾ ਵੇਖਿਆ, ਦੌੜ ਕੇ ਉਸ ਪਹੁੰਚੀ। ਸਮਾਨ ਉਸੇ ਕਮਰੇ 'ਚ ਸੀ। ਜਾ ਕੇ ਵੇਖਿਆ, ਪ੍ਰਭਾ ਦੇਵੀ ਸਾਹਮਣੇ ਇੱਕ ਟਰੰਕ ਤੇ ਇੱਕ ਸੂਟਕੇਸ ਖੁੱਲ੍ਹੇ ਪਏ ਸਨ। ਉਹ ਆਪਣੇ ਆਸ-ਪਾਸ ਕੱਪੜਿਆਂ ਗਹਿਣਿਆਂ ਦਾ ਇੱਕ ਅੱਛਾ ਖਾਸਾ ਖਲਾਰਾ ਪਾਈ ਬੈਠੀ ਸੀ। ਮਾਤਾ ਜੀ, ਉਹਦੇ ਕੋਲ ਪਹੁੰਚ ਕੇ ਉਰਵਸ਼ੀ ਪੁਕਾਰੀ, ਇਹ ਕੀ ਕਰ ਰਹੇ ਹੋ ਤੁਸੀਂ? ਪ੍ਰਭਾ ਦੇਵੀ ਇਸ ਵੇਲੇ ਇਸ ਕੱਪੜ ਕੋਟ ਦੇ ਵਿਚਾਲੇ ਕਿਸੇ ਸੁਚੱਜੀ ਸਿਆਣੀ ਵਾਂਗ ਬੈਠੀ ਹੋਈ ਕਰੀਨੇ ਨਾਲ ਰੇਸ਼ਮੀ ਜੋੜਿਆਂ ਨੂੰ ਆਪੋ 'ਚ ਮੇਲ ਜੋਲ ਕੇ ਇੱਕ ਪਾਸੇ ਰੱਖ ਰਹੀ ਸੀ। ਇੱਕ ਪਟਾਰੀ 'ਚ ਉਰਵਸ਼ੀ ਦੇ ਗਹਿਣੇ ਉਹਨੇ ਸੰਭਾਲ ਕੇ ਟਿਕਾਏ ਸੀ। ਉਹਦੀ ਇਸ ਕਿਰਿਆ ਨੂੰ ਵੇਖ ਕੇ ਉਰਵਸ਼ੀ ਦੇ ਮਨ ਉੱਤੇ ਇੱਕ ਸ਼ਾਂਤ ਜਿਹਾ ਪ੍ਰਭਾਵ ਪਿਆ। ਸ਼ੁਕਰ ਹੈ ਮਾਤਾ ਜੀ ਨੂੰ ਠੀਕ ਹਾਲਤ 'ਚ ਵੇਖ ਰਹੀਆਂ। ਪਰ ਜਿਉਂ ਹੀ ਉਹਦੇ ਸਵਾਲ ਦਾ ਜਵਾਬ ਦੇਣ ਲਈ ਪ੍ਰਭਾ ਦੇਵੀ ਦੀਆਂ ਅੱਖਾਂ ਉਸ ਵੱਲ ਉੱਠੀਆਂ, ਉਰਵਸ਼ੀ ਕਲੇਜਾ ਫੜ ਕੇ ਬੈਠ ਗਈ। ਡਰ ਨਾਲ ਉਹਦੀ ਚੀਕ ਨਿਕਲਦੀ ਰਹਿ ਗਈ। ਪ੍ਰਭਾ ਦੇਵੀ ਦੀਆਂ ਅੱਖਾਂ ਪੂਰੇ ਪਾਗਲਾਂ ਵਰਗੀਆਂ ਸੀ। ਉਹਨਾਂ 'ਚ ਇੱਕ ਡਰਾਉਣੀ, ਕਲੇਜੇ ਨੂੰ ਖਾ ਜਾਣ ਵਾਲੀ ਤੇਜ਼ ਚਮਕ ਸੀ। ਤੇ ਪ੍ਰਭਾ ਦੇਵੀ ਦੀ ਜ਼ਬਾਨੋਂ ਨਿਕਲਿਆ ਹੋਇਆ ਜਵਾਬ ਇਹ ਉਦੋਂ ਵੀ ਦਿਲ ਛੋੜਵਾਂ। ਕੀ ਕਰ ਰਹੀ ਆਂ? ਤੈਨੂੰ ਪਤਾ ਨਹੀਂ? ਬਿਲਕੁਲ ਪਾਗਲ ਹੈ ਤੂੰ ਉਰਵਸ਼ੀ। ਇੰਨਾ ਵੀ ਨਹੀਂ ਜਾਣਦੀ ਕਿ ਅੱਜ ਤੇਰਾ ਵਿਆਹ ਹੈ, ਤੂੰ ਡੋਲੀ ਚੜ੍ਹਨਾ ਹੈ। ਬਾਜਿਆਂ ਦੀ ਆਵਾਜ਼ ਨਹੀਂ ਆਉਂਦੀ ਪਈ। ਕਿੱਥੇ ਚਲੀ ਗਈ ਸੀ ਤੂੰ? ਝੱਲੀਏ, ਛੇਤੀ ਕੱਪੜੇ ਬਦਲ। ਮੇਰੀ ਸਲਾਹ ਹੈ, ਸੂਟ ਇੱਕ ਰੁਪੈਲੀ ਬਾਰਡਰ ਵਾਲੇ ਸੂਟ ਨੂੰ ਚੁੱਕ ਕੇ ਤੂੰ ਲਾਵਾਂ ਵੇਲੇ ਪਾ ਲਈ, ਤੇ ਇਹ ਜਿਹੜਾ ਪ੍ਰਕਾਸ਼ ਨੇ ਆਪ ਪਸੰਦ ਕੀਤਾ ਸੀ ਉਸ ਦਿਨ, ਇਹ ਮੇਰੀ ਸਲਾਹ ਹੈ, ਡੋਲੀ ਵੇਲੇ ਪਾਈ। ਉਰਵਸ਼ੀ ਮੁੰਦਰੀ, ਉਰੇ ਕਰੇ ਨਾ ਜ਼ਰਾ, ਮੈਂ ਵੇਖਾਂ ਉਸ ਨਾਲ ਦੂਜੀ ਕਿਹੜੀ ਸਜੇਗੀ। ਕਹਿੰਦਿਆਂ ਪ੍ਰਭਾ ਦੇਵੀ ਨੇ ਇੱਕ ਮਖਮਲੀ ਡੱਬੀ ਖੋਲ੍ਹੀ, ਜਿਸ 'ਚ ਵੱਖੋ ਵੱਖ ਡਿਜ਼ਾਈਨ ਦੀਆਂ ਕਈ ਮੁੰਦਰੀਆਂ ਸਨ। ਪਰ ਜਿਉਂ ਹੀ ਉਹਨੇ ਉਰਵਸ਼ੀ ਦੀ ਖਾਲੀ ਚੀਚੀ ਵੱਲ ਤੱਕਿਆ, ਡੱਬੀ ਨੂੰ ਉੱਥੇ ਹੀ ਰੱਖ ਕੇ ਉੱਠ ਖੜੋਤੀ। ਉਰਵਸ਼ੀ, ਤੇਰੀ ਮੁੰਦਰੀ ਕਿੱਥੇ ਗਈ? ਜਵਾਬ 'ਚ ਉਰਵਸ਼ੀ ਨੇ ਕੋਈ ਬਹਾਨਾ ਤਰਾਸ਼ਣਾ ਚਾਹਿਆ, ਪਰ ਅਨੇਕਾਂ ਬਹਾਨੇ ਸੋਚ ਲੈਣ ਤੇ ਵੀ ਅੱਜ ਉਹਦੇ ਅੰਦਰੋਂ ਸੱਚਾਈ ਦਾ ਕੋਈ ਬੇਰੋਕ ਹੜ੍ਹ ਉਮੜਿਆ ਆ ਰਿਹਾ ਸੀ, ਜਿਹਨੇ ਬਹਾਨਿਆਂ ਦਾ ਕੋਈ ਵੀ ਬੰਨ੍ਹ ਟਿਕਣ ਨਾ ਦਿੱਤਾ। ਉਹਦੇ ਮੂੰਹੋਂ ਜਿਵੇਂ ਬਿਨਾਂ ਉਹਦੀ ਮਰਜ਼ੀ ਤੋਂ ਨਿਕਲ ਗਿਆ, ਉਹ ਮਾਤਾ ਜੀ, ਮੈਂ ਉਹਨੂੰ ਮੋੜਤੀ। ਕਿਹਨੂੰ? ਮਾਤਾ ਨੇ ਕੜਕ ਕੇ ਪੁੱਛਿਆ। ਪ੍ਰਕਾਸ਼ ਨੂੰ ਮਾਤਾ ਜੀ। ਪ੍ਰਕਾਸ਼ ਨੂੰ? ਤੂੰ ਉਹਨੂੰ ਮੁੰਦਰੀ ਮੋੜਤੀ? ਵਿਆਹ ਦੀ ਪਹਿਲੀ ਸੁਗਾਤ, ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਉਰਵਸ਼ੀ? ਤੂੰ ਕੀ ਕਹਿ? ਰਾਤੀ, ਸ਼ਾਇਦ ਰਾਤੀ ਮੈਨੂੰ ਸੁਪਨਾ ਵੀ ਕੁਝ ਇਸੇ ਤਰ੍ਹਾਂ ਦਾ ਆਇਆ ਸੀ। ਤੂੰ ਉਰਵਸ਼ੀ ਉਹਨੂੰ ਮੁੰਦਰੀ ਸੱਚਮੁੱਚ ਮੋੜਤੀ? ਬੋਲਦੀ ਕਿਉਂ ਨਹੀਂ? ਤੱਤ ਪੜ੍ਹਤੀਏ, ਦੰਦਣ ਕਿਉਂ ਪੈ ਗਈ? ਉਧਰ ਜੰਝ ਬੂਹੇ ਤੇ ਆਈ ਬੈਠੀ ਏ, ਕੰਨ ਬੂਹੇ ਵੱਲ ਖੜੇ ਕਰਕੇ। ਸੁਣ, ਵੇਖ, ਵਾਜਾ ਵੱਜ ਰਿਹਾ ਬਾਹਰ। ਇਹ ਗੋਲੇ ਚੱਲਣ ਦੀ ਆਵਾਜ਼ ਨਹੀਂ ਸੁਣਾਈ ਦਿੰਦੀ ਤੈਨੂੰ? ਕੀ ਕਿਹਾ ਏ? ਲਾਵਾਂ ਵੇਲੇ ਤੂੰ ਇਹ ਸੂਟ ਨਹੀਂ ਪਾਣਾ? ਬੋਲਦੀ ਪ੍ਰਭਾ ਦੇਵੀ ਇਸ ਤਰ੍ਹਾਂ ਗੁੰਮ ਹੋ ਗਈ ਜਿਵੇਂ ਕਿਸੇ ਨੇ ਉਹਦੀ ਜ਼ਬਾਨ ਖਿੱਚ ਲਈ ਹੋਵੇ। ਉਹਨੇ ਅੱਖਾਂ ਮੀਟ ਲਈਆਂ ਤੇ ਮੀਟਣ ਤੋਂ ਬਾਅਦ ਜਦ ਦੁਬਾਰਾ ਖੋਲ੍ਹੀਆਂ ਤਾਂ ਉਰਵਸ਼ੀ ਨੇ ਉਹਨਾਂ 'ਚ ਪਹਿਲਾਂ ਨਾਲੋਂ ਵੀ ਦੂਣੀ ਚਮਕ ਵੇਖੀ। ਐਸੀ ਚਮਕ ਜਿਹੜੀ ਕਿਸੇ ਦੀਆਂ ਅੱਖਾਂ 'ਚ ਵੜ ਕੇ ਦਿਲ ਨੂੰ ਛੇਕ ਪਾ ਦੇ। ਉਹ ਫਿਰ ਬੋਲਣ ਲੱਗੀ, ਓਹੋ, ਜ਼ਰਾ ਮੇਰੇ ਵੱਲ ਭੁੱਲੀ ਨਾ ਜਿਹੜੀਆਂ ਗੱਲਾਂ ਤੇ ਇਹ
ਹੋਠ ਮੀਟ ਕੇ ਪ੍ਰਭਾ ਦੇਵੀ ਅੱਖਾਂ ਨੂੰ ਇਸ ਤਰ੍ਹਾਂ ਝਪਕਣ ਲੱਗੀ ਜਿਵੇਂ ਕੋਈ ਭੁੱਲੀ ਹੋਈ ਗੱਲ ਯਾਦ ਆ ਰਹੀ ਹੋਵੇ। ਫਿਰ ਉਹਨੂੰ ਭੁੱਲ ਗਈ ਹੋਵੇ। ਮੂੰਹ 'ਚ ਉਂਗਲ ਪਾਈ ਉਹ ਕਿੰਨਾ ਹੀ ਚਿਰ ਕੁਝ ਸੋਚਦੀ ਰਹੀ। ਇੱਧਰ ਉਰਵਸ਼ੀ ਦੇ ਦਿਲ ਤੇ ਜਿਵੇਂ ਰੇਤ ਦੀਆਂ ਬੋਰੀਆਂ ਲੱਦੀਆਂ ਜਾ ਰਹੀਆਂ ਸਨ। ਮਾਂ ਦੀ ਹਾਲਤ ਵੇਖ ਕੇ ਉਹਦੇ ਸੀਨੇ 'ਚ ਧੂੰਏਂ ਦੇ ਗੁਬਾਰ ਉੱਠ ਰਹੇ ਸਨ। ਉਹਨੂੰ ਸਮਝ ਨਹੀਂ ਸੀ ਆਉਂਦੀ ਮੁਸੀਬਤਾਂ ਦੀ ਇਹ ਗਹਿਰੀ ਨਦੀ ਜਿਹੜੀ ਉਸ ਵੱਲ ਉਮੜੀ ਆ ਰਹੀ ਹੈ ਕਿਸ ਤਰ੍ਹਾਂ ਉਸ ਅੱਗੇ ਬੰਨ੍ਹ ਬੰਨੇ। ਡਰ ਤੇ ਘਬਰੇਵੇਂ ਨਾਲ ਜਦ ਉਰਵਸ਼ੀ ਲਈ ਸੰਭਲਣਾ ਔਖਾ ਹੋ ਗਿਆ ਤਾਂ ਖੜਿਆਂ ਖਲੋਤਿਆਂ ਇੱਕ ਵਾਰੀ ਉਹਦੇ ਦਿਲ 'ਚ ਆਈ ਹੁਣੇ ਜਾ ਕੇ ਪ੍ਰਕਾਸ਼ ਦੇ ਪੈਰਾਂ ਤੇ ਡਿੱਗ ਪਵੇ ਤੇ ਕੱਲ੍ਹ ਵਾਲੀ ਗੁਸਤਾਖੀ ਲਈ ਉਸ ਪਾਸੋਂ ਮਾਫ਼ੀ ਮੰਗ ਲਵੇ। ਪਰ ਉਹਦੇ ਹਿਰਦੇ ਦੀਆਂ ਚਿਰ ਦੱਬੀਆਂ ਸ਼ਕਤੀਆਂ ਜਿਹੜੀਆਂ ਇੱਕ ਵਾਰੀ ਜਾਗ ਚੁੱਕੀਆਂ ਸੀ ਉਹਦੇ ਅੰਦਰੋਂ ਪੁਕਾਰ ਉੱਠੀਆਂ, ਖਬਰਦਾਰ ਉਰਵਸ਼ੀ, ਜੇ ਚੁੱਕਿਆ ਹੋਇਆ ਕਦਮ ਪਿੱਛੇ ਮੁੜਿਆ, ਯਾਦ ਰੱਖੀ ਤੇਰੀ ਇਨਸਾਨੀਅਤ ਤੇ ਤੇਰਾ ਇਸਤਰੀਪੁਣਾ ਹਮੇਸ਼ਾ ਲਈ ਖਤਮ ਹੋ ਜਾਣਗੇ। ਉਧਰ ਪ੍ਰਭਾ ਦੇਵੀ ਕੀ ਕਰ ਰਹੀ ਸੀ? ਉਸੇ ਤਰ੍ਹਾਂ ਮੂੰਹ 'ਚ ਉਂਗਲੀ ਪਾਈ, ਅੱਖਾਂ ਤਾੜੇ ਲੱਗੀਆਂ ਸੀ। ਇਸੇ ਹਾਲਤ 'ਚ ਉਹ ਖਿੱਲਰ ਖਲੇਰੇ ਵਿਚਾਲੇ ਉੱਠ ਖਲੋਤੀ ਤੇ ਬਿਨਾਂ ਉਰਵਸ਼ੀ ਵੱਲ ਤੱਕਿਆਂ, ਜਿਵੇਂ ਉਰਵਸ਼ੀ ਕਮਰੇ 'ਚ ਹੀ ਨਹੀਂ, ਹੌਲੀ ਹੌਲੀ ਕਦਮ ਚੁੱਕਦੀ ਹੋਈ ਕਮਰੇ 'ਚੋਂ ਬਾਹਰ ਨਿਕਲ ਤੁਰੀ। ਪਰਛਾਵੇਂ ਵਾਂਗ ਉਰਵਸ਼ੀ ਵੀ ਉਹਦੇ ਮਗਰ ਸੀ। ਬਾਹਰ ਨਿਕਲ ਕੇ ਪ੍ਰਭਾ ਦੇਵੀ ਨੇ ਸਿਰ ਤੇ ਅੱਖਾਂ ਦੀਆਂ ਪੁਤਲੀਆਂ ਨੂੰ ਕਾਹਲੀ ਕਾਹਲੀ ਇੱਧਰ ਉੱਧਰ ਫੇਰਦਿਆਂ ਇਸ ਤਰ੍ਹਾਂ ਤੱਕਣਾ ਸ਼ੁਰੂ ਕੀਤਾ ਜਿਵੇਂ ਕਿਸੇ ਦੀ ਆਵਾਜ਼ ਸੁਣ ਕੇ ਅੰਦਰੋਂ ਨਿਕਲੀ ਹੋਵੇ। ਕਿਸ ਨੂੰ ਲੱਭਦੇ ਜੇ ਮਾਤਾ ਜੀ? ਉਰਵਸ਼ੀ ਨੇ ਉਹਨੂੰ ਜੱਫੀ ਪਾ ਕੇ ਪੁੱਛਿਆ। ਪ੍ਰਭਾ ਦੇਵੀ ਨੇ ਉਸ ਵੱਲ ਤੱਕਿਆ ਪਰ ਐਸੀ ਨਜ਼ਰੇ ਜਿਸ 'ਚ ਨਿਰਾ ਉਪਰਾਪਨ ਸੀ। ਤੱਕ ਕੇ ਬੋਲੀ, ਕੌਣ? ਤੂੰ ਉਰਵਸ਼ੀ? ਤੂੰ ਕਿਉਂ ਮੇਰੇ ਮਗਰ ਮਗਰ ਆ ਰਹੀ ਹੈ? ਮੈਂ ਤੈਨੂੰ 1000 ਵਾਰੀ ਸਮਝਾ ਚੁੱਕੀ ਹਾਂ। ਤੇ ਉਸੇ ਵਕਤ ਤੇ ਰੁਕ ਗਈ। ਕੀ ਸਮਝਾ ਚੁੱਕੇ ਮਾਤਾ ਜੀ? ਉਰਵਸ਼ੀ ਨੇ ਭਰਿਆ ਹੋਇਆ ਦਿਲ ਸੰਭਾਲਦਿਆਂ ਪੁੱਛਿਆ। ਪਰ ਜਵਾਬ ਦੇਣ ਦੀ ਥਾਂ ਪ੍ਰਭਾ ਦੇਵੀ ਉਲਟਾ ਉਹਨੂੰ ਪੁੱਛਣ ਲੱਗੀ, ਤੂੰ ਅੱਜ ਕਿਸ ਤਰ੍ਹਾਂ ਦੀਆਂ ਬੁਝਾਰਤਾਂ ਪਾ ਰਹੀ ਹੈ? ਤੇਰਾ ਦਿਮਾਗ ਠੀਕ ਨਹੀਂ ਮਾਲੂਮ ਹੁੰਦਾ। ਉਰਵਸ਼ੀ ਆਪਣੇ ਦਿਲ ਦੇ ਭਾਰ ਨੂੰ ਸੰਭਾਲ ਨਹੀਂ ਸਕੀ। ਉਹ ਮਾਂ ਦੀ ਛਾਤੀ 'ਚ ਸਿਰ ਲੁਕਾ ਕੇ ਡਡਿਆਈ, ਮਾਤਾ ਜੀ ਤੁਹਾਨੂੰ ਕੀ ਹੋ ਗਿਆ ਇੰਨੀ ਛੇਤੀ? ਚਲੋ ਅੰਦਰ ਚੱਲ ਕੇ ਲੰਮੇ ਪਵੋ। ਉਹਨੂੰ ਸੰਭਾਲਦੀ ਹੋਈ ਉਹ ਫਿਰ ਕਮਰੇ 'ਚ ਲੈ ਆਈ। ਹੈਂ? ਪ੍ਰਭਾ ਦੇਵੀ ਤੇ ਉਸ ਖਿਲਰੇ ਹੋਏ ਕੱਪੜੇ ਲੱਤੇ ਵੱਲ ਤੱਕਦਿਆਂ ਹੈਰਾਨੀ ਪ੍ਰਗਟ ਕੀਤੀ। ਤੇ ਤੂੰ ਕਿਉਂ ਖਿਲਾਰ ਧਰੇ ਨੇ ਉਰਵਸ਼ੀ? ਤੇ ਝਟਪਟ ਅਗਾਂਹ ਵੱਧ ਕੇ ਉਹਨੇ ਗਹਿਣਿਆਂ ਵਾਲੀ ਪਟਾਰੀ ਚੁੱਕ ਲਈ ਤੇ ਉਰਵਸ਼ੀ ਦੇ ਕੰਨ ਕੋਲ ਮੂੰਹ ਨੂੰ ਜਾ ਕੇ ਬੋਲੀ, ਇਹਨਾਂ ਨੂੰ ਸਾਂਭ ਕੇ ਰੱਖੀ ਪੁੱਤਰ। ਨਾਲੇ ਗੱਲ ਸੁਣ, ਕਿਸੇ ਦੇ ਹੱਥ 'ਚ ਨਾ ਦਈ ਇਹਨਾਂ ਨੂੰ, ਪ੍ਰਕਾਸ਼ ਨੂੰ ਵੀ ਨਾ ਦਿਖਾਈ ਮਤੇ। ਅੱਛਾ ਕਹਿ ਕੇ ਉਰਵਸ਼ੀ ਨੇ ਉਹਨੂੰ ਮੰਜੇ ਤੇ ਲਿਟਾ ਦਿੱਤਾ। ਉਹ ਸਮਝ ਗਈ ਕਿ ਮਾਂ ਨਾਲ ਸਿਰ ਖਪਾਈ ਕਰਨ ਦਾ ਹੁਣ ਕੋਈ ਲਾਭ ਨਹੀਂ, ਜਦ ਕਿ ਸਮਝਣ ਤੇ ਸੋਚਣ ਦੀਆਂ ਦੋਵੇਂ ਸ਼ਕਤੀਆਂ ਉਹਦੇ ਅੰਦਰੋਂ ਗਾਇਬ ਹੁੰਦੀਆਂ ਜਾ ਰਹੀਆਂ। ਪ੍ਰਭਾ ਦੇਵੀ ਲੰਮੀ ਪੈ ਗਈ। ਚੌਕੀਦਾਰ ਤਾਰ ਦੇ ਕੇ ਮੁੜ ਆਇਆ ਸੀ। ਉਹਨੇ ਟੈਲੀਗ੍ਰਾਮ ਦੀ ਰਸੀਦ ਤੇ ਬਾਕੀ ਪੈਸੇ ਉਰਵਸ਼ੀ ਨੂੰ ਮੋੜ ਦਿੱਤੇ। ਉਰਵਸ਼ੀ ਨੂੰ ਇਸ ਵੇਲੇ ਭੁੱਖ ਲੱਗ ਆਈ ਸੀ। ਰਾਤ ਤੋਂ ਉਹਨੇ ਕੁਝ ਨਹੀਂ ਖਾਧਾ ਸੀ ਤੇ ਮਾਂ ਦੇ ਭੁੱਖੀ ਹੋਣ ਦਾ ਵੀ ਉਹਨੂੰ ਖਿਆਲ ਆਇਆ। ਪਰ ਇਸ ਕੋਠੀ 'ਚ ਹੋਰ ਇੱਕ ਪਲ ਲਈ ਵੀ ਠਹਿਰਨਾ ਉਹਨੂੰ ਮੌਤ ਜਾਪ ਰਿਹਾ ਸੀ। ਛੇਤੀ ਛੇਤੀ ਉਹਨੇ ਖਿੱਲਰ ਖਲੇਰਾ ਸਾਂਭਣਾ ਸ਼ੁਰੂ ਕੀਤਾ ਤੇ ਸਭ ਕੁਝ ਟਰੰਕਾਂ 'ਚ ਭਰ ਕੇ ਉਹ ਸਾਰਾ ਸਮਾਨ ਇੱਕ ਥਾਂ ਇਕੱਠਾ ਕਰਨ ਲੱਗੀ। ਜਦੋਂ ਇਸ ਕੰਮ ਤੋਂ ਵਿਹਲੀ ਹੋ ਚੁੱਕੀ ਤਾਂ ਹੁਣ ਅਗਲਾ ਕਦਮ ਚੁੱਕਣ ਦਾ ਸਵਾਲ ਉਹਦੇ ਸਾਹਮਣੇ ਸੀ, ਇਸ ਥਾਂ ਨੂੰ ਛੱਡਣ ਦਾ। ਇਹ ਵੀ ਤਾਂ ਉਸ ਲਈ ਮੁਸ਼ਕਲ ਸੀ ਕਿ ਮਦਨ ਨੂੰ ਤਾਰ ਦੇ ਚੁੱਕੀ ਹੈ ਤੇ ਉਹਨੂੰ ਯਕੀਨ ਸੀ ਕਿ ਤਾਰ ਵੇਖ ਕੇ ਉਹਨੇ ਅਟਕਣਾ ਨਹੀਂ। ਇਸ ਹਾਲਤ ਵਿੱਚ ਵੀ ਜੇ ਉਸ ਥਾਂ ਨੂੰ ਛੱਡ ਗਈ ਤਾਂ ਮਦਨ ਵਿਚਾਰਾ ਕਿੱਥੇ ਭਟਕਦਾ ਫਿਰੇਗਾ। ਉਰਵਸ਼ੀ ਨੇ ਹਿਸਾਬ ਲਾ ਕੇ ਵੇਖਿਆ, ਮਦਨ ਕੱਲ੍ਹ ਸ਼ਾਮ ਤੋਂ ਪਹਿਲਾਂ ਨਹੀਂ ਪਹੁੰਚ ਸਕਦਾ। ਪਰ ਅੱਜ ਦੀ ਦਿਹਾੜੀ, ਅੱਜ ਦੀ ਰਾਤ, ਭਲਕ ਦੀ ਵੀ ਦਿਹਾੜੀ, ਇੰਨਾ ਲੰਮਾ ਵਕਤ ਕਿੱਕਣ ਬੀਤੇਗਾ? ਸਭ ਤੋਂ ਵੱਡੀ ਚਿੰਤਾ ਇਸ ਵੇਲੇ ਉਹਨੂੰ ਇਸੇ ਗੱਲ ਦੀ ਸੀ। ਕੁਰਸੀ ਤੇ ਬੈਠ ਕੇ ਉਹ ਸੋਚਣ ਲੱਗੀ, ਪ੍ਰਕਾਸ਼ ਨੇ ਝੁੱਕ ਕੇ ਇਸ ਪਾਸੇ ਮੂੰਹ ਹੀ ਨਹੀਂ ਕੀਤਾ ਕਿ ਮੈਂ ਇਹਦਾ ਇਹ ਮਤਲਬ ਸਮਝਾਂ ਕਿ ਉਹਨੇ ਮੇਰਾ ਪਿੱਛਾ ਛੱਡ ਦਿੱਤਾ। ਪਰ ਇੰਨੀ ਜਲਦੀ ਤਾਂ ਉਹ ਗਲੋਂ ਲੱਥਣ ਵਾਲਾ ਨਹੀਂ ਸੀ। ਫਿਰ ਇਹ ਆਇਆ ਕਿਉਂ ਨਹੀਂ? ਅਖੀਰ ਉਹ ਇਸ ਸਿੱਟੇ ਤੇ ਪਹੁੰਚੀ ਕਿ ਉਹਦੇ ਆਉਣ ਤੋਂ ਪਹਿਲਾਂ ਉਹ ਇਹ ਥਾਂ ਨੂੰ ਛੱਡੇਗੀ। ਜਿਸ ਤਰ੍ਹਾਂ ਵੀ ਹੋਏਗਾ ਇਹਨਾਂ 12 ਪੈਰਾਂ ਨੂੰ ਇੱਥੇ ਬਿਤਾਏਗੀ। ਪਰ ਨਾਲੇ ਉਹਨੂੰ ਖਿਆਲ ਆਉਂਦਾ, ਜੇ ਪ੍ਰਕਾਸ਼ ਨੇ ਇੱਥੇ ਨਾ ਰਹਿਣ ਦਿੱਤਾ ਫੇਰ ਦੇਖੀ ਜਾਏਗੀ। ਅੰਤ ਇਹੋ ਫੈਸਲਾ ਕਰਕੇ ਉਹ ਕੁਰਸੀ ਤੋਂ ਉੱਠ ਖੜੋਤੀ ਤੇ ਮਾਂ ਦੇ ਮੰਜੇ ਵੱਲ ਵਧੀ। ਉਹਦਾ ਖਿਆਲ ਸੀ ਉਹ ਸੌਂ ਗਈ ਹੋਏਗੀ, ਪਰ ਕੋਲ ਜਾ ਕੇ ਵੇਖਿਆ ਪ੍ਰਭਾ ਦੇਵੀ ਦੀਆਂ ਅੱਖਾਂ ਪੂਰੀ ਤਰ੍ਹਾਂ ਖੁੱਲ੍ਹੀਆਂ ਸਨ ਤੇ ਇਹਨਾਂ 'ਚ ਮੌਤ ਵਰਗੀ ਨਿਸਤੇਜਤਾ ਵੇਖ ਕੇ ਉਹ ਡਰ ਗਈ। ਉਹਨੇ ਪੁਕਾਰਿਆ, ਮਾਤਾ ਜੀ, ਮਾਤਾ ਜੀ, ਪਰ ਪ੍ਰਭਾ ਦੇਵੀ ਨਹੀਂ ਬੋਲੀ, ਨਾ ਹੀ ਉਹਦੀਆਂ ਪਲਕਾਂ ਹਿੱਲੀਆਂ। ਕਾਹਲੀ ਨਾਲ ਉਰਵਸ਼ੀ ਨੇ ਨਬਜ਼ ਫੜੀ। ਨਬਜ਼ ਚੱਲ ਰਹੀ ਸੀ। ਉਹਨੂੰ ਕੁਝ ਧੀਰਜ ਦਾ ਸਾਹ ਆਇਆ, ਪਰ ਡਰ ਉਹਦਾ ਨਹੀਂ ਮਿਟਿਆ। ਹਾਂ, ਭੁੱਖ ਉਹਦੀ ਜ਼ਰੂਰ ਮਿਟ ਗਈ ਜਿਹੜੀ ਹੁਣੇ ਹੁਣੇ ਉਹਨੂੰ ਮਹਿਸੂਸ ਹੋ ਰਹੀ ਸੀ। ਉਹ ਭੱਜੀ ਭੱਜੀ ਬਾਹਰ ਆਈ। ਚੌਕੀਦਾਰ ਨੂੰ ਪੁੱਛਣ ਲੱਗੀ, ਕਿਉਂ ਚੌਕੀਦਾਰ, ਯਹਾਂ ਪਰ ਕੋਈ ਡਾਕਟਰ ਹੈ? ਹਾਂ ਬੀਬੀ ਜੀ, ਚੌਕੀਦਾਰ ਨੇ ਉੱਤਰ ਦਿੱਤਾ।
तो जाओ उसे बुला लो, माता जी की तबीयत ठीक नहीं। चौकीदार चला गया। उर्वशी फिर मां के कमरे च जा पहुंची। अंग 28वां। डॉक्टर ਨੂੰ ਵੇਖ ਕੇ ਉਰਵਸ਼ੀ ਦੇ ਦਿਲ ਨੂੰ ਕੁਝ ਢਾਰਸ ਹੋਈ। ਅਧਖੜ ਉਮਰ ਦਾ ਇੱਕ ਰਿਸ਼ਟ-ਪੁਸ਼ਟ ਸਰੀਰ ਵਾਲਾ ਆਦਮੀ ਸੀ, ਜਿਹਦੇ ਮੱਥੇ ਦੀਆਂ ਡੂੰਘੀਆਂ ਲਕੀਰਾਂ ਉਹਦੇ ਪੱਕੇ ਹੋਏ ਤਜਰਬਿਆਂ ਤੇ ਸਾਊਪੁਣੇ ਦਾ ਸਬੂਤ ਦੇ ਰਹੀਆਂ ਸੀ। ਕੋਠੇ ਵਿੱਚ ਉਹਦੇ ਦਾਖਲ ਹੁੰਦਿਆਂ ਉਰਵਸ਼ੀ ਨੇ ਅੱਗਲ ਵਾਂਢੇ ਹੀ ਉਹਨੂੰ ਮਰੀਜ਼ ਦੇ ਤੇ ਉਹਦੀ ਮਰਜ਼ ਬਾਰੇ ਸਭ ਕੁਝ ਸਮਝਾ ਦਿੱਤਾ। ਪ੍ਰਭਾ ਦੇਵੀ ਨੂੰ ਉਰਵਸ਼ੀ ਲੰਮੀ ਪਿਆ ਛੱਡ ਕੇ ਬਾਹਰ ਗਈ ਸੀ, ਪਰ ਅੰਦਰ ਆ ਕੇ ਉਹਨੇ ਵੇਖਿਆ, ਉੱਠ ਕੇ ਬੈਠ ਗਈ ਸੀ। ਉਹਦੇ ਇੱਕ ਹੱਥ ਵਿੱਚ ਕੱਪੜੇ ਦਾ ਲਪੇਟ ਕੇ ਬਣਾਇਆ ਹੋਇਆ ਇੱਕ ਗੇਂਦ ਜਿਹਾ ਸੀ, ਜਿਸ ਉੱਤੇ ਦੂਜੇ ਹੱਥ ਨਾਲ ਕਿਧਰੋਂ ਕੱਪੜੇ ਇਕੱਠੇ ਕਰ ਕਰਕੇ ਉਹ ਲਪੇਟੀ ਜਾ ਰਹੀ ਸੀ। ਉਰਵਸ਼ੀ ਨੇ ਮਾਂ ਨੂੰ ਇਹ ਕਰਨ ਤੋਂ ਰੋਕਣਾ ਚਾਹਿਆ, ਪਰ ਡਾਕਟਰ ਨੇ ਇਸ਼ਾਰੇ ਨਾਲ ਉਹਨੂੰ ਮਨੇ ਕਰਤਾ। ਦੋਵੇਂ ਉਹਦੀ ਇਹ ਵਿਚਿੱਤਰ ਲੀਲਾ ਵੇਖਣ ਲੱਗੇ। ਪ੍ਰਭਾ ਦੇਵੀ ਦੇ ਹੱਥ ਮਸ਼ੀਨ ਵਾਂਗ ਚੱਲ ਰਹੇ ਸੀ। ਉਹਨਾਂ ਦੇ ਵੇਖਦਿਆਂ ਲਾਗੇ ਪਾਸੇ ਦੇ ਜਿੰਨੇ ਵੀ ਕੱਪੜੇ ਉਹਦੇ ਹੱਥ 'ਚ ਆਏ, ਉਹਨੇ ਗੋਲੇ ਉੱਤੇ ਲਪੇਟ ਛੱਡੇ। ਦੁਪੱਟਾ, ਰੁਮਾਲ, ਤੌਲੀਆ, ਚੱਦਰ ਆਦਿ। ਪ੍ਰਭਾ ਦੇਵੀ ਦਾ ਕੁਝ ਹੋਰ ਪਾਸੇ ਧਿਆਨ ਹੀ ਨਹੀਂ ਸੀ, ਨਾ ਹੀ ਉਹਨੂੰ ਇਹ ਪਤਾ ਸੀ ਕਿ ਉਹਦਾ ਲਾਗੇ ਕੌਣ ਖੜਾ ਹੈ। ਡਾਕਟਰ ਦਾ ਇਸ਼ਾਰਾ ਪਾ ਕੇ ਜਦ ਉਰਵਸ਼ੀ ਉਹਦੇ ਕੋਲ ਪਹੁੰਚੀ ਤਾਂ ਪ੍ਰਭਾ ਦੇਵੀ ਨੇ ਹੱਥ ਉੱਥੇ ਹੀ ਰੁਕੇ। ਬੋਲੀ, ਉਰਵਸ਼ੀ ਦੇਖ, ਮੈਂ ਤੈਨੂੰ ਕਿੰਨੀ ਵਾਰ ਕਹਿ ਚੁੱਕੀ ਹਾਂ ਕਿ ਇਕੱਲੀ ਬਾਹਰ ਨਾ ਨਿਕਲਿਆ ਕਰ। ਤੂੰ ਰੋਜ਼ ਜੋ ਮਿਸ਼ਰਾਣੀ ਦੇ ਨਾਲ ਲੈ ਕੇ ਜਾਂਦੀ ਹੈ, ਅੱਜ ਇਕੱਲੀ ਸਕੂਲ ਜਾਣ ਦਾ ਕੀ ਮਤਲਬ ਸੀ? ਅੱਗੇ ਵਾਸਤੇ ਖਬਰਦਾਰ, ਜੇ ਇਕੱਲਿਆਂ ਜਰਾ ਰੁਕ ਕੇ ਲੈ, ਫੜ ਇਹਨੂੰ, ਰੱਖ ਲੈ, ਸਾਂਭ ਲੈ, ਕਿਸੇ ਦੇ ਸਾਹਮਣੇ ਨਾ ਖੋਲੀ, ਸੁਣੀ? ਪਤਾ ਹੀ ਕੀ ਹੈ, ਇਸ ਮਾਮੂਲੀ ਚੀਜ਼ ਸਮਝਦੀ ਹੋਵੇਂਗੀ ਤੂੰ ਇਹਨੂੰ। ਇੱਕ ਹੀਰਾ 60 80 ਹਜ਼ਾਰ ਦਾ ਹੈ। ਤੇ ਸੁਣ, ਪ੍ਰਕਾਸ਼ ਨੂੰ ਵੀ ਨਾ ਦੱਸੀ ਬਿਲਕੁਲ। ਇਹਨਾਂ ਦੀ ਮਦਦ ਨਾਲ ਤੂੰ ਸਾਰੀ ਉਮਰ ਰਾਜ ਭੋਗ ਸਕੇਂਗੀ। ਘੱਟੋ ਘੱਟ 1.5 ਕਰੋੜ ਦੀ ਮਲਕੀਅਤ ਦੇ ਹੋਣਗੇ ਸਾਰੇ ਹੀਰੇ। ਹੁਣ ਤੇ ਖੁਸ਼ ਹੈ ਨਾ? ਇੱਧਰ ਪ੍ਰਭਾ ਦੇਵੀ ਇਹ ਗੱਲਾਂ ਕਰ ਰਹੀ ਸੀ, ਉੱਧਰ ਉਰਵਸ਼ੀ ਇਸ ਗੋਲੇ ਨੂੰ ਫੜ ਕੇ ਉਧੇੜੀ ਜਾ ਰਹੀ ਸੀ। ਕੱਪੜੇ ਹੇਠੋਂ ਕੱਪੜਾ ਨਿਕਲਦਾ ਆਇਆ। ਅਖੀਰ ਜਿਹੜੀ ਚੀਜ਼ ਉਸ ਚੋਂ ਨਿਕਲੀ, ਇਹ ਸੀ ਕੱਚ ਦੇ ਕੁਝ ਟੁਕੜੇ, ਜਿਹੜੇ ਸ਼ਾਇਦ ਅਲਮਾਰੀ ਚੋਂ ਕੋਈ ਸ਼ੀਸ਼ੇ ਬੋਤਲ ਡਿੱਗ ਕੇ ਟੁੱਟ ਜਾਣ ਕਰਕੇ ਫਰਸ਼ ਤੇ ਖਿਲਰ ਗਏ ਸੀ। ਡਾਕਟਰ ਚੁੱਪਚਾਪ ਪ੍ਰਭਾ ਦੇਵੀ ਦੀਆਂ ਹਰਕਤਾਂ ਵੇਖੀ ਗਿਆ ਤੇ ਜਦ ਅਚਾਨਕ ਖੰਘੂਰਾ ਮਾਰਿਆ, ਪ੍ਰਭਾ ਦੇਵੀ ਇੱਕਦਮ ਡਰ ਕੇ ਉਸ ਵੱਲ ਤੱਕੀ ਤੇ ਕਹਿੰਦੀ ਹੋਈ ਮੰਜੇ ਤੋਂ ਉਤਰੀ, ਉਰਵਸ਼ੀ, ਇਹ ਕੌਣ ਹੈ ਸਾਡੇ ਘਰ 'ਚ? ਮਾਤਾ ਜੀ, ਉਹਨੂੰ ਫਿਰ ਮੰਜੇ ਤੇ ਬਿਠਾਉਣ ਦੀ ਕੋਸ਼ਿਸ਼ ਕਰਦੀ ਹੋਈ ਉਰਵਸ਼ੀ ਬੋਲੀ, ਮਾਤਾ ਜੀ, ਇਹ ਡਾਕਟਰ ਸਾਹਿਬ ਨੇ। ਡਾਕਟਰ? ਪ੍ਰਭਾ ਦੇਵੀ ਬੈਠਣ ਤੋਂ ਇਨਕਾਰ ਕਰਦੀ ਹੋਈ ਅੱਖਾਂ ਪਾੜ ਕੇ ਦੋਵਾਂ ਵੱਲ ਤੱਕਦੀ ਹੋਈ ਬੋਲੀ, ਕਿਹੜਾ ਡਾਕਟਰ? ਤੂੰ ਝੂਠ ਬੋਲ ਰਹੀ ਹੈ। ਉਰਵਸ਼ੀ, ਮੈਂ ਸਮਝਦੀ ਹਾਂ ਤੇਰੀਆਂ ਸਾਰੀਆਂ ਚਲਾਕਾਂ। ਤੂੰ ਮੈਨੂੰ ਠੱਗ ਨਹੀਂ ਸਕਦੀ। ਮੈਨੂੰ ਤਾਂ ਪਹਿਲਾਂ ਹੀ ਤੇਰੇ ਲੱਛਣ ਪੈ ਦਿਸਦੇ ਸੀ। ਉਰਵਸ਼ੀ, ਤੂੰ ਉਸ ਦਿਨ ਮੇਰੇ ਨਾਲ ਕੀ ਕਰਾਰ ਕੀਤਾ ਸੀ, ਯਾਦ ਹੀ? ਤੂੰ ਜੋ ਕਿਹਾ ਸੀ, ਮੁੜ ਕੇ ਮਦਨ ਦੀ ਸ਼ਕਲ ਨਹੀਂ ਤੱਕਾਂਗੀ, ਤੇ ਅੱਜ ਫੇਰ ਉਹਨੂੰ ਲੈ ਆਈ ਹੈ। ਬਹੁਤ ਰੁਪਈਏ ਵਾਲੇ ਸਾਂਗ ਭਾਵੇਂ ਕਿੰਨੇ ਹੀ ਬਣਾ ਕੇ ਆ ਜਾਏ, ਮੇਰੀ ਨਜ਼ਰ ਏਡੀ ਕਮਜ਼ੋਰ ਨਹੀਂ ਜੋ ਪਛਾਣ ਨਾ ਸਕਾਂ ਇਹਨੂੰ। ਬੋਲਦੀ ਇੰਨੀ ਤੇਜ਼ੀ ਨਾਲ ਡਾਕਟਰ ਵੱਲ ਉਛਲੀ ਕਿ ਉਰਵਸ਼ੀ ਜੇ ਸਾਰੇ ਜ਼ੋਰ ਨਾਲ ਉਹਨੂੰ ਕਾਬੂ ਨਾ ਕਰ ਲੈਂਦੀ ਤਾਂ ਉਹਨੇ ਟੁੱਟ ਕੇ ਡਾਕਟਰ ਦੇ ਗਲ ਪੈ ਜਾਣਾ ਸੀ। ਬਾਹਰ ਨਿਕਲਣ ਲੱਗਿਆਂ ਡਾਕਟਰ ਨੇ ਉਰਵਸ਼ੀ ਨੂੰ ਇਸ਼ਾਰੇ ਨਾਲ ਸੱਦਿਆ, ਪਰ ਉਰਵਸ਼ੀ ਲਈ ਮੁਸ਼ਕਲ ਦੀ ਘੜੀ ਆ ਬਣੀ। ਪ੍ਰਭਾ ਦੇਵੀ ਇਸ ਵੇਲੇ ਜਿਸ ਜੋਸ਼ 'ਚ ਭੜਕੀ ਹੋਈ ਸੀ, ਜੇ ਉਹਨੂੰ ਇਕੱਲਿਆਂ ਛੱਡ ਕੇ ਜਾਂਦੀ ਤਾਂ ਪਤਾ ਨਹੀਂ ਉਹ ਕੀ ਕਰਦੀ। ਬਾਹਰ ਚੌਕੀਦਾਰ ਖੜੋਤਾ ਸਭ ਕੁਝ ਵੇਖ ਰਿਹਾ ਸੀ। ਉਰਵਸ਼ੀ ਨੇ ਮਾਂ ਨੂੰ ਕਿਸ ਤਰ੍ਹਾਂ ਮੰਜੇ ਤੇ ਜਾ ਸੁੱਟਿਆ ਤੇ ਚੌਕੀਦਾਰ ਨੂੰ ਉਹਦੇ ਕੋਲ ਖੜਾ ਕਰਕੇ ਬਾਹਰ ਨਿਕਲੀ। ਡਾਕਟਰ ਨੇ ਉਹਨੂੰ ਕਿਹਾ, ਮਾਫ਼ ਕਰਨਾ ਬੇਬੀ, ਇਹਦਾ ਇਲਾਜ ਇੱਥੇ ਹੋ ਸਕਣਾ ਮੁਸ਼ਕਿਲ ਹੈ। ਇਹਨੂੰ ਤੁਹਾਨੂੰ ਕਰਾਚੀ ਦੇ ਗਿੱਦੂ ਬੰਦਰ ਵਾਲੇ ਪਾਗਲਖਾਨੇ 'ਚ ਲਿਜਾਣਾ ਹੋਏਗਾ। ਇਸ ਉੱਤੇ ਬੜੀ ਸਖਤ ਕਿਸਮ ਦੇ ਮੈਲਨਕੋਲੀਆ ਦਾ ਅਟੈਕ ਹੋ ਗਿਆ। ਮੈਲਨਕੋਲੀਆ ਜਾਣਦੇ ਹੋ, ਜਿਹਨੂੰ ਦੇਸੀ ਜ਼ਬਾਨ 'ਚ ਮਾਲੀਖੋਲੀਆ ਕਹਿੰਦੇ ਨੇ। ਮਾਲੀਖੋਲੀਆ? ਉਰਵਸ਼ੀ ਡਰ ਕੇ ਬੋਲੀ, ਕਰਾਚੀ ਜਾਣਾ ਪਏਗਾ। ਡਾਕਟਰ ਨੇ ਤਾਕੀਦ ਕੀਤੀ, ਤੂੰ ਜਿੱਥੋਂ ਤੱਕ ਹੋ ਸਕੇ ਜਲਦੀ, ਕਿਉਂਕਿ ਮਰੀਜ਼ ਦੀ ਹਾਲਤ ਬੜੀ ਜਲਦੀ ਖਤਰੇ ਵੱਲ ਜਾ ਰਹੀ ਹੈ। ਨਾਲੇ ਇੱਕ ਕੰਮ ਤੁਹਾਨੂੰ ਹੋਰ ਵੀ ਕਰਨਾ ਪਏਗਾ। ਕੀ? ਉਰਵਸ਼ੀ ਨੇ ਵਧੇਰੇ ਸਹਿਮ ਕੇ ਪੁੱਛਿਆ। ਮਰੀਜ਼ ਨੂੰ ਹੁਣ ਤੋਂ ਹੀ ਬੰਨ੍ਹ ਕੇ ਰੱਖਣਾ ਪਏਗਾ, ਨਹੀਂ ਤਾਂ ਮੁਮਕਿਨ ਹੈ ਕੋਈ ਖਤਰਨਾਕ ਹਰਕਤ ਕਰ ਬੈਠੇ। ਖਤਰਨਾਕ? ਹਾਂ, ਇਸ ਹਾਲਤ 'ਚ ਮਰੀਜ਼ ਪਾਸੋਂ ਵੱਡੇ ਤੋਂ ਵੱਡਾ ਐਕਸੀਡੈਂਟ ਹੋ ਜਾਣਾ ਮੁਮਕਿਨ ਹੈ। ਕਿਸੇ ਉੱਤੇ ਹਮਲਾ ਕਰ ਬੈਠਣਾ, ਅੱਗ ਲਾ ਦੇਣੀ, ਖੁਦਕੁਸ਼ੀ ਕਰ ਲੈਣੀ, ਵਗੈਰਾ ਵਗੈਰਾ। ਤਾਂ ਹੁਣ ਮੈਂ ਕੀ ਕਰਾਂ ਡਾਕਟਰ ਜੀ? ਉਰਵਸ਼ੀ ਨੇ ਇਹ ਸਵਾਲ ਡਾਕਟਰ ਤੇ ਕੀਤਾ। ਉੱਤਰ 'ਚ ਡਾਕਟਰ ਕੁਝ ਕਹਿਣ ਹੀ ਲੱਗਾ ਸੀ ਕਿ ਅੰਦਰੋਂ ਕਮਰੇ 'ਚੋਂ ਉੱਚੀ ਉੱਚੀ ਰੌਲੇ ਤੇ ਖੜਾਕ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਦੋਵੇਂ ਅੱਬੜਵਾਏ ਅੰਦਰ ਗਏ। ਚੌਕੀਦਾਰ ਨੂੰ ਭੁੰਜੇ ਪਟਕੇ ਪ੍ਰਭਾ ਦੇਵੀ ਉਹਦੀ ਛਾਤੀ ਤੇ ਚੜੀ ਬੈਠੀ ਸੀ ਤੇ ਦੋਵਾਂ ਹੱਥਾਂ ਨਾਲ ਉਹਦਾ ਗਲਾ ਘੁੱਟਦੀ ਹੋਈ ਉੱਚੀ ਉੱਚੀ ਕਹਿ ਰਹੀ ਸੀ, ਬੇਈਮਾਨਾ ਕੁੱਤਿਆ, ਤੈਨੂੰ ਮੈਂ ਇਸ ਕਰਕੇ ਟਿਊਟਰ ਰੱਖਿਆ ਸੀ, ਹੁਣ ਮੈਂ ਤੈਨੂੰ ਜਹੰਨਮ ਪਹੁੰਚਾ ਕੇ ਹੀ ਛੱਡਾਂਗੀ। ਤੂੰ ਕਦੀ ਕੋਈ ਸਾਂਗ ਬਣਾ ਕੇ ਆ ਜਾਣਾ, ਕਦੀ ਕੋਈ।
ਡਾਕਟਰ ਤੇ ਉਰਵਸ਼ੀ ਨੇ ਪੂਰੀ ਤਾਕਤ ਨਾਲ ਚੌਕੀਦਾਰ ਦਾ ਗਲਾ ਛੁਡਾਉਂਦਿਆਂ ਫੇਰ ਵੀ ਨੌਂਦਰਾਂ ਖੁੱਭ ਜਾਣ ਕਰਕੇ ਉਹਨੂੰ ਕਈਆਂ ਥਾਵਾਂ ਤੇ ਝਰੀਟਾਂ ਆ ਗਈਆਂ। ਬੀਬੀ, ਡਾਕਟਰ ਚਿল্ਲਾਇਆ, ਜਲਦੀ ਇਹਨੂੰ ਬੰਨ੍ਹ ਦਿਓ, ਨਹੀਂ ਤਾਂ ਕਿਸੇ ਦੀ ਜਾਨ ਲੈ ਲਏਗੀ। ਕੰਬਦੇ ਹੱਥਾਂ ਨਾਲ ਉਰਵਸ਼ੀ ਆਪਣੇ ਮੰਜੇ ਦੀ ਪੈਂਦ ਕੱਢਣ ਲੱਗੀ। ਉਧਰ ਡਾਕਟਰ ਤੇ ਚੌਕੀਦਾਰ ਨੇ ਦੋਵਾਂ ਬਾਹਾਂ ਤੋਂ ਪ੍ਰਭਾ ਦੇਵੀ ਨੂੰ ਕਾਬੂ ਕਰਕੇ ਮੰਜੇ ਤੇ ਬਿਠਾਇਆ ਸੀ। ਮੰਜੇ ਨਾਲ ਜਦ ਪ੍ਰਭਾ ਦੇਵੀ ਨੂੰ ਤਿੰਨਾਂ ਨੇ ਮਲ ਕੇ ਚੰਗੀ ਤਰ੍ਹਾਂ ਬੰਨ੍ਹ ਦਿੱਤਾ ਤਾਂ ਡਾਕਟਰ ਨੇ ਆਪਣਾ ਬੈਗ ਚੁੱਕਿਆ। ਉਰਵਸ਼ੀ ਨੇ ਬਥੇਰੀ ਕੋਸ਼ਿਸ਼ ਕੀਤੀ ਪਰ ਉਸ ਭਲੇ ਆਦਮੀ ਨੇ ਫੀਸ ਨਹੀਂ ਲਈ। ਇਸੇ ਭੌਜਲ ਵਿੱਚ ਸਵੇਰ ਤੋਂ ਦੁਪਹਿਰ ਹੋ ਗਈ। ਉਰਵਸ਼ੀ ਦੀ ਭੁੱਖ ਪਿਆਸ ਉੱਡ ਚੁੱਕੀ ਸੀ। ਚੌਕੀਦਾਰ ਨੂੰ ਦੋਵਾਂ ਮਾਵਾਂ ਧੀਆਂ ਦੀ ਹਾਲਤ ਵੇਖ ਕੇ ਰਹਿਮ ਆ ਰਿਹਾ ਸੀ। ਉਹਨੇ ਹਰ ਤਰ੍ਹਾਂ ਦੀ ਮਦਦ ਕੀਤੀ। ਅਖੀਰ ਉਰਵਸ਼ੀ ਦੇ ਕਹਿਣ ਤੇ ਉਹ ਪ੍ਰਕਾਸ਼ ਨੂੰ ਸੱਦਣ ਚਲਾ ਗਿਆ। ਮਾਂ ਨੂੰ ਆਪਣੇ ਹੱਥੀਂ ਬੰਨ੍ਹ ਚੁੱਕਣ ਤੋਂ ਬਾਅਦ ਉਰਵਸ਼ੀ ਰੋ ਰਹੀ ਸੀ, ਪਰ ਇਹ ਤੋਂ ਉਹ ਆਹੋ ਜਾਰੀ ਸੁਣਨ ਵਾਲਾ ਉੱਥੇ ਕੋਈ ਨਹੀਂ ਸੀ। ਜੇਕਰ ਉਸ ਪਾਸੇ ਇਸ ਤੋਂ ਛੁੱਟ ਹੋਰ ਕੋਈ ਇਲਾਜ ਬਾਕੀ ਨਾ ਰਿਹਾ। ਕਿਸੇ ਤਰ੍ਹਾਂ ਇੱਕ ਵਾਰੀ ਪ੍ਰਕਾਸ਼ ਨੂੰ ਬੁਲਾ ਕੇ ਉਸ ਪਾਸੋਂ ਮਦਦ ਮੰਗੇ। ਜਿਉਂ ਹੀ ਚੌਕੀਦਾਰ ਕੋਠੀ ਚੋਂ ਬਾਹਰ ਨਿਕਲਿਆ ਕਿ ਆਪਣੀ ਗਲਤੀ ਉੱਤੇ ਉਹਨੂੰ ਦੁੱਖ ਹੋਣ ਲੱਗਾ ਕਿ ਮੈਂ ਉਸ ਪ੍ਰਕਾਸ਼ ਕੋਲੋਂ ਮਦਦ ਮੰਗਾ ਜਿਸ ਨਾਲ ਅਜੇ ਕੱਲ੍ਹ ਹੀ ਮੈਂ ਹਮੇਸ਼ਾ ਲਈ ਤੋੜ ਵਿਛੋੜਾ ਕਰਕੇ ਆਈ ਹਾਂ। ਇਸ ਨਾਲੋਂ ਤਾਂ ਚੰਗਾ ਹੈ ਕਿ ਮਦਦ ਤੋਂ ਬਿਨਾਂ ਹੀ ਮੇਰੀ ਮਾਂ ਮਰ ਜਾਏ। ਮੈਂ ਵੀ ਬੇਸ਼ੱਕ ਮਰ ਜਾਵਾਂ, ਪਰ ਹੁਣ ਕੀ ਹੋ ਸਕਦਾ ਹੈ। ਚੌਕੀਦਾਰ ਜਾ ਚੁੱਕਿਆ ਸੀ। ਉਹਨੇ ਇੱਕ ਵਾਰੀ ਫੇਰ ਮਾਂ ਵੱਲ ਤੱਕਿਆ, ਜਿਹੜੀ ਸ਼ਾਇਦ ਬੋਲ ਬੋਲ ਕੇ ਥੱਕ ਜਾਣ ਨਾਲ ਇਸ ਵੱਲ ਅੱਖਾਂ ਬੰਦ ਕੀਤੀ ਪਈ ਸੀ। ਉਹਦੇ ਦੋਵੇਂ ਡੌਲੇ, ਦੋਵੇਂ ਗੋਡੇ ਤੇ ਪੈਰ ਦੁਪਾਸੀ ਰੱਸੀਆਂ 'ਚ ਪਾ ਕੇ ਮੰਜੀ ਦੀਆਂ ਬਾਹੀਆਂ ਨਾਲ ਨਰੜੇ ਸੀ। ਉਹ ਵਿਚਾਰੇ ਨੂੰ ਲਾਸਾਂ ਪੈ ਗਈਆਂ ਹੋਣਗੀਆਂ। ਉਰਵਸ਼ੀ ਨੂੰ ਜਦ ਇਹ ਖਿਆਲ ਆਇਆ ਤਾਂ ਰੱਸੀਆਂ ਖੋਲ੍ਹ ਸੁੱਟਣ ਲਈ ਉਹਦੇ ਹੱਥ ਅਗਾਂਹ ਵਧੇ, ਪਰ ਰੱਸੀ ਨੂੰ ਛੂਹਣ ਤੋਂ ਪਹਿਲਾਂ ਹੀ ਪਿਛਾਂਹ ਹਟ ਗਏ। ਉਹਨੇ ਚਾਹਿਆ ਕਿ ਮਾਂ ਦੀ ਛਾਤੀ ਤੇ ਡਿੱਗ ਕੇ ਖੂਬ ਦਿਲ ਭਰ ਕੇ ਰੋਏ, ਪਰ ਉਹ ਵੀ ਇੱਥੋਂ ਨਾ ਹੋ ਸਕਿਆ। ਮਾਂ ਨੂੰ ਕਮਰੇ 'ਚ ਇਕੱਲਿਆਂ ਛੱਡ ਕੇ ਉਹ ਬਾਹਰ ਨਿਕਲੀ। ਉਹਨੂੰ ਹੁਣ ਪ੍ਰਭਾ ਦੇਵੀ ਪਾਸੋਂ ਕਿਸੇ ਖਰੂਦ ਦਾ ਖਤਰਾ ਨਹੀਂ ਸੀ। ਬਾਹਰ ਆ ਕੇ ਉਹ ਚੌਕੀਦਾਰ ਦੀ ਉਡੀਕ ਕਰਨ ਲੱਗੀ। 1 ਘੰਟੇ ਬਾਅਦ ਚੌਕੀਦਾਰ ਮੁੜਿਆ। ਉਹਦੇ ਹੱਥਾਂ 'ਚ ਚਿੱਟੇ ਤੌਲੀਏ ਨਾਲ ਕੱਜਿਆ ਹੋਇਆ ਇੱਕ ਥਾਲ ਸੀ। ਜਿਹਨੂੰ ਉਹ ਸੱਦਣ ਗਿਆ ਉਹ ਨਾਲ ਨਹੀਂ ਸੀ। ਕਿਉਂ ਚੌਕੀਦਾਰ ਨੇ ਆਉਂਦਿਆਂ ਉਹਨੂੰ ਪੁੱਛਿਆ। ਪ੍ਰਕਾਸ਼ ਨਹੀਂ ਆਏ? ਨਹੀਂ। ਥਾਲ ਨੂੰ ਕੋਲ ਪਈ ਹੋਈ ਇੱਕ ਕੁਰਸੀ ਤੇ ਰੱਖ ਕੇ ਉਹ ਬੋਲਿਆ, ਉਹ ਤਾਂ ਬੀਬੀ ਜੀ ਗਿਰਫਤਾਰ ਕਰ लिए गए। क्या कहा? उर्वशी ने ਉਹਦੇ ਕੋਲ पहुंच के पूछा। गिरफ्तार कर लिए गए? हाँ बीबी जी, वो भी और होटल के भी कई आदमी। सुना है बहुत सी औरतें भी वहाँ से पुलिस ने पकड़ी हैं। औरतें भी? हाँ, जो उस होटल में रहा करती थी और होटल की तलाशी ले रहे हैं पुलिस वाले। इतना कह के चौकीदार ने थाल वाल संकेत किया। मैं आपके लिए खाना लाया हूँ, खा लीजिए। अंदर रख दो चौकीदार, अभी मुझे भूख नहीं है। कह के उर्वशी एक नवीं चिंता च हो गई। हो सकता है इस कोठी की भी तलाशी होवे, ये भी तो प्रकाश दी है। धन्यवाद।